ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਤੇ ਇਸ ਪ੍ਰੋਗਰਾਮ ਦਾ ਨਾਮ ਹੈਡਲਾਈਨ ਤੇ ਸੁਖੇਰੇ ਬੰਦੇਰਾਸ ਤੇ we are thankful to Voice of Manata TV and Meghraj Singhani for this chance to have an interactive session about the life and legacy of Guru Tegh Bahadur Sahib. Welcome to our participants as well as our audience. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਰਾਮ ਸਲਾਮ ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। Please remember the views expressed in this program are strictly individuals. That's the official policy of Voice of Manata. And we appreciate your questions and any recommendation and support to this program successfully. So we will start now with Dr. Vasu. ਥੋੜਾ ਜਿਹਾ ਓਵਰਵਿਊ ਦਿਓ ਜੀ ਮਹਾਰਾਜ ਦੀ ਜੀਵਨੀ ਬਾਬਤ ਗੁਰੂ ਤੇਗ ਬਹਾਦਰ ਜੀ ਦੀ। ਸਭ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਜਨਮ ਹੈ 1 ਅਪ੍ਰੈਲ ਸਨ 1621 ਨੂੰ ਇਹ ਅੰਮ੍ਰਿਤਸਰ ਵਿਖੇ ਹੋਇਆ ਹੈ ਜੀ। ਔਰ ਮਾਤਾ ਦਾ ਨਾਮ ਇਹਨਾਂ ਦੇ ਮਾਤਾ ਨਾਨਕੀ ਸੀ ਤੇ ਆਪ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਇਹ ਜਨਮ ਦੀ ਖਬਰ ਸੁਣੀ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 5 ਸਿੱਖਾਂ ਸਮੇਤ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਸਾਡਾ ਇਹ ਪੁੱਤ ਜਿਹੜਾ ਹੈ ਬੜਾ ਬਲੀ ਹੋਏਗਾ ਤੇ ਸੰਕਟ ਹਰਨ ਔਰ ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ। ਤੇ ਇਹਨਾਂ ਦਾ ਨਾਮ ਜਿਹੜਾ ਤਿਆਗ ਮੱਲ ਰੱਖਿਆ ਗਿਆ ਸੀ। ਪਰ 14 ਸਾਲ ਦੀ ਆਯੂ ਵਿੱਚ ਇਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਬੜੇ ਅਦੁੱਤੀ ਜੋਰ ਦਿਖਾਏ ਤਾਂ ਪਿਤਾ ਗੁਰੂ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਇਸ ਤਰ੍ਹਾਂ ਉਹਨਾਂ ਦਾ ਸਮੁੱਚਾ ਜੀਵਨ ਜਿਹੜਾ ਬਹੁਤ ਸੰਘਰਸ਼ੀਲ ਹੈ ਔਰ ਉਹਨਾਂ ਦੇ ਜੋ ਸ਼ਖਸੀਅਤ ਦੀ ਉਸਾਰੀ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਬਹੁਤ ਵੱਡਾ ਵਿਰਸਾ ਸੀ 8 ਗੁਰੂਆਂ ਦਾ। ਤੇ ਉਹਨਾਂ ਦੇ ਜਿਹੜਾ ਵਾਤਾਵਰਨ ਸੀ ਘਰ ਦਾ ਉਹ ਬੜਾ ਦੈਵੀ ਵਾਤਾਵਰਨ ਸੀ ਔਰ ਉਹਨਾਂ ਨੂੰ ਪਰਉਪਕਾਰ ਦੀ ਜੋ ਸਿੱਖਿਆ ਹੈ ਦਇਆ ਦੀ ਪੁੰਜ ਮਾਤਾ ਨਾਨਕੀ ਦੇ ਬਹੁਤ ਮਿਲੀ ਹੈ। ਔਰ ਮਾਖੋਵਾਲ ਜਿਹੜਾ ਇਹਨਾਂ ਨੇ ਜਗ੍ਹਾ ਖਰੀਦੀ ਸੀ ਜਿਹੜਾ ਅਨੰਦਪੁਰ ਸਾਹਿਬ ਬਣਿਆ ਮਗਰੋਂ ਉਹ ਮਾਖੋਵਾਲ ਦਾ ਨਾਮ ਉਹਨਾਂ ਆਪਣੇ ਮਾਤਾ ਨਾਨਕੀ ਦੇ ਨਾਮ ਤੇ ਰੱਖਿਆ ਸੀ। ਉਹਦਾ ਨਾਮ ਸੀ ਚੱਕ ਨਾਨਕੀ। ਇੰਨਾ ਉਹਨਾਂ ਦਾ ਮਾਤਾ ਜੀ ਨਾਲ ਪਿਆਰ ਸੀ। ਔਰ ਕਈ ਸ਼ਬਦ ਜਿਹੜੇ ਨੇ ਉਹ ਮਾਈ ਦੇ ਨਾਲ ਸੰਬੰਧਿਤ ਕੀਤੇ ਗਏ ਨੇ। ਮਾਈ ਕੇ ਬਿਦ ਲਖੋ ਗੁਸਾਈ, ਮਾਈ ਮਨ ਮੇਰੋ ਬਸ ਨਾ ਹੈ। ਇਹ ਇੱਕ ਉਹਨਾਂ ਦਾ ਇੱਕ ਇੱਥੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਤਾ ਪ੍ਰਤੀ ਕਿੰਨਾ ਸਤਿਕਾਰ ਰੱਖਦੇ ਸਨ। ਔਰ ਚਰਨ ਪੌਲ ਉਹਨਾਂ ਨੇ ਲਈ ਹੈ 5-6 ਸਾਲ ਦੀ ਉਮਰ ਦੇ ਵਿੱਚ ਪਿਤਾ ਗੁਰੂ ਜੀ ਪਾਸੋਂ ਤੇ ਗੁਰਮੰਤਰ ਤੇ ਗੁਰਦੀਖਿਆ ਲੈ ਕੇ ਗੁਰਸਿੱਖ ਬਣੇ ਸਨ। ਤੇ ਵਿਦਿਆ ਇਹਨਾਂ ਨੇ ਭਾਈ ਗੁਰਦਾਸ ਜੀ ਕੋਲੋਂ ਲਈ ਹੈ। ਕਾਵ ਕਲਾ ਵੱਡੀ ਗੱਲ ਹੈ। ਕਾਵ ਕਲਾ ਦੀ ਜੋ ਪ੍ਰਵੀਨਤਾ ਹੈ ਉਹ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਿਖਾਈ ਹੈ। ਤੇ ਜਿਹੜੀ ਛੰਦਾਬੰਦੀ ਵੀ ਉਹਨਾਂ ਨੇ ਪਿੰਗਲ ਦਾ ਉਹਨਾਂ ਨੂੰ ਅਭਿਆਸ ਕਰਾਇਆ। ਔਰ ਜਿਹੜੀ ਗੁਰੂ ਤੇਗ ਬਹਾਦਰ ਦੀ ਜਿਹੜੀ ਸ਼ਸਤਰਾਂ ਦੀ ਵਿਦਿਆ ਹੈ ਇਹ ਗੁਰੂ ਦਰਬਾਰ 'ਚ ਬੜੇ ਯੋਧੇ ਸਨ। ਬਿਧੀ ਚੰਦ, ਭਾਈ ਜੇਠਾ, ਭਾਈ ਪਰਾਗਾ, ਭਾਈ ਨੰਦਾ, ਭਾਈ ਬੱਲੂ, ਇਹ ਯੋਧਿਆਂ ਤੋਂ ਉਹਨਾਂ ਨੇ ਸ਼ਸਤਰਾਂ ਦੀ ਵਿਦਿਆ ਸਿੱਖੀ ਹੈ। ਔਰ ਉਹ ਪਿਤਾ ਗੁਰੂ ਜਿਹੜੇ ਹਰਗੋਬਿੰਦ ਸਨ ਸੰਗੀਤ ਵਿਦਿਆ 'ਚ ਵਿਸ਼ੇਸ਼ ਕਰਕੇ ਉਹਨਾਂ ਨੇ ਢਾਡੀ ਕਲਾ ਨੂੰ ਬੜਾ ਉਤਸ਼ਾਹਿਤ ਕੀਤਾ ਸੀ। ਔਰ ਗੁਰੂ ਦਰਬਾਰ ਵਿੱਚ ਅਬਦੁੱਲਾ, ਬਾਬਕ ਤੇ ਭਾਈ ਨੱਥਾ ਇਹ ਨਿਪੁੰਨ ਰਾਗੀ ਤੇ ਰਬਾਬੀ ਸਨ। ਤੇ ਬਾਲਕ ਤੇਗ ਬਹਾਦਰ ਨੇ ਜਿਹੜੀ ਸੰਗੀਤ ਕਾਵ ਦੀ ਵਿਦਿਆ ਹੈ ਉਹਦੇ 'ਚ ਬੜੀ ਦਿਲਚਸਪੀ ਲਈ। ਔਰ 13-14 ਸਾਲ ਦੀ ਉਮਰ ਤੱਕ ਗੁਰਦਰਬਾਰ ਦੇ ਉੱਚਤਮ ਵਿਦਿਅਕ ਪ੍ਰਬੰਧ ਸਦਕਾ ਇਹਨਾਂ ਨੇ ਸਾਹਿਤ, ਸੰਗੀਤ, ਇਤਿਹਾਸ, ਦਰਸ਼ਨ ਤੇ ਸ਼ਸਤਰ ਵਿਦਿਆ ਵਿੱਚ ਬੜੀ ਨਿਪੁੰਨਤਾ ਹਾਸਲ ਕਰ ਲਈ ਸੀ।
ਤੇ ਇਹਨਾਂ ਦੀ ਸ਼ਾਦੀ ਜੋ ਹੈ 1632 ਈਸਵੀ ਦੇ ਵਿੱਚ ਕਰਤਾਰਪੁਰ ਵਿਖੇ ਹੋਈ ਸੀ। ਸ੍ਰੀ ਲਾਲ ਚੰਦ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਇਹਨਾਂ ਦੀ ਸ਼ਾਦੀ ਹੋਈ ਸੀ। ਔਰ ਇਹਨਾਂ ਨੇ ਬਾਬੇ ਬਕਾਲੇ ਜਦੋਂ ਪਿਤਾ ਗੁਰੂ ਜੋਤੀ ਜੋਤ ਸਮਾ ਗਏ ਤੇ ਬਾਬੇ ਬਕਾਲੇ ਜਾ ਕੇ ਆਪਣੇ ਨਾਨਕੇ ਪਿੰਡ ਇਹਨਾਂ ਨੇ 20-21 ਸਾਲ ਉੱਥੇ ਤਪੱਸਿਆ ਕੀਤੀ ਔਰ ਆਪਣੇ ਆਪ ਨੂੰ ਜੋ ਅਗਲੇਰੀ ਜੀਵਨ 'ਚ ਕੁਰਬਾਨੀ ਕਰਨੀ ਸੀ ਉਹਦੇ ਲਈ ਯੋਗ ਬਣਾਇਆ। ਔਰ ਭਾਈ ਮੱਖਣ ਸ਼ਾਹ ਲੁਬਾਣਾ ਜਿਹੜਾ ਉਹਦੇ ਪ੍ਰਸੰਗ ਆਪ ਜਾਣਦੇ ਹੋ, ਉਹਦੇ ਰਾਹੀਂ ਉਹ ਗੁਰੂ ਪ੍ਰਗਟ ਹੋਏ ਔਰ ਪ੍ਰਗਟ ਹੁੰਦਿਆਂ ਸਾਰ ਹੀ ਉਹਨਾਂ ਨੇ ਪ੍ਰਚਾਰ ਯਾਤਰਾ ਬਹੁਤ ਕੀਤੀ ਹੈ। ਪਹਿਲੇ ਤਾਂ ਜਦੋਂ ਪ੍ਰਗਟ ਹੋਏ ਨੇ ਤਰਨ ਤਾਰਨ ਗਏ ਨੇ, ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ, ਤੇ ਪਿੱਛੋਂ ਜਾ ਕੇ ਉਹਨਾਂ ਨੇ ਬਹੁਤ ਵੱਡੀ 1665 ਤੋਂ 1670 ਤੱਕ 5 ਸਾਲ ਲਗਾਤਾਰ ਪ੍ਰਚਾਰ ਯਾਤਰਾ ਕੀਤੀ ਹੈ, ਜਿਹਦੇ ਵਿੱਚ ਕਿ ਇਧਰ ਸਾਰਾ ਮੱਧ ਪ੍ਰਦੇਸ਼ ਔਰ ਜਿਹੜਾ ਬਨਾਰਸ ਵਗੈਰਾ ਤੇ ਇਹ ਪਟਨਾ ਸਾਹਿਬ ਤੱਕ ਤੇ ਢਾਕੇ ਤੇ ਸਿਲਟ ਤੱਕ ਗਏ ਨੇ। ਉਹਨਾਂ ਦਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹ ਇਕੱਲੇ ਗੁਰੂ ਨੇ ਜਿਹੜੇ ਕਿ ਪ੍ਰਚਾਰ ਯਾਤਰਾ ਤੇ ਨਿਕਲੇ ਨੇ। ਇਸ ਤਰ੍ਹਾਂ ਕਈ ਉਹਨਾਂ ਨੇ ਨਵੇਂ ਸ਼ਹਿਰ ਵੀ ਵਸਾਏ ਨੇ, ਜਿਵੇਂ ਆਨੰਦਪੁਰ ਸਾਹਿਬ ਤੇ ਗੁਰਦੁਆਰਾ ਧੂਬੜੀ ਸਾਹਿਬ। ਇਸ ਤਰ੍ਹਾਂ ਨਵੀਆਂ ਮੰਡੀਆਂ ਦੀ ਸਥਾਪਨਾ ਵੀ ਕੀਤੀ। ਡਾਕਟਰ ਸਾਹਿਬ ਜਰਾ ਤੁਸੀਂ ਹੁਣ ਵੇਟ ਕਰੋ ਤੇ ਆਈ ਵਿਲ ਕਮ ਬੈਕ ਟੂ ਯੂ। ਹਾਂਜੀ you can tell ਹਾਂਜੀ I will come back to you। ਅੱਛਾ ਗਿਆਨੀ ਧਰਮ ਸਿੰਘ ਜੀ, ਤੁਸੀਂ ਆਪਣੇ ਵਿਚਾਰ ਗੁਰੂ ਤੇਗ ਬਹਾਦਰ ਜੀ ਬਾਬਤ ਸਾਂਝੇ ਕਰੋ ਕੁਝ। ਹਾਂਜੀ, ਉਹਨਾਂ ਦੇ ਜੀਵਨ ਬਾਰੇ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀਗੇ, ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪ੍ਰਚਾਰ ਫੇਰੀ ਕੀਤੀ ਸੀ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇੜੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀਨਗਰ ਤੱਕ ਤੇ ਇੱਧਰ ਮਾਲਵੇ 'ਚ ਸਾਰੇ ਘੁੰਮੇ, ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਬੜਾ ਲੰਬਾ Can you give me the regular one? It's not those. Yeah, please mute yourself. Sorry about that, Uncle. Sorry about that. ਉਹਨਾਂ ਦਾ ਜਿਹੜਾ ਇਹ ਜੀਵਨ ਸਾਰਾ ਹੀ ਬੜਾ ਸੰਘਰਸ਼ਮਈ ਅੱਜ। ਤੇ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਅਸਲ 'ਚ ਸਭ ਤੋਂ ਜੀਵਨ ਦੀ ਤੇ ਹਰ ਘਟਨਾ ਹੀ ਬੜੀ ਮਹਾਨ ਹੈ। ਜਿਵੇਂ ਉਹਨਾਂ ਨੇ ਆਨੰਦਪੁਰ ਸਾਹਿਬ ਵਸਾਇਆ, ਜਿਹਦਾ ਜ਼ਿਕਰ ਡਾਕਟਰ ਵਾਸੂ ਜੀ ਕਰ ਚੁੱਕੇ ਆ, ਤੇ ਉਹਨਾਂ ਦੀ ਜਿਹੜੀ ਸਭ ਤੋਂ ਮਹਾਨ ਕੁਰਬਾਨੀ ਆ ਉਹ ਹੈਗੀ ਆ ਉਹਨਾਂ ਦੀ ਸ਼ਹਾਦਤ। ਤੇ ਉਹ ਧਰਮ ਦੀ ਆਜ਼ਾਦੀ ਲਈ ਨਿਮਾਣਿਆਂ ਨਤਾਣਿਆਂ ਮਜ਼ਲੂਮਾਂ ਦੀ ਬਾਂਹ ਫੜਨ ਵਾਲੀ ਜਿਹੜੀ ਆ, ਤੇ ਉਹ ਵੀ ਜਿਨ੍ਹਾਂ ਦੇ ਨਾਲ ਆਪਣੇ ਸਿਧਾਂਤ ਨਹੀਂ ਮਿਲਦੇ ਉਹਨਾਂ ਦੀ ਖਾਤਰ ਵੀ ਜਿਹੜੀ ਉਹਨਾਂ ਦੀ ਕੁਰਬਾਨੀ, ਇਹ ਸ਼ਾਇਦ ਸੰਸਾਰ ਦੇ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਲਾਸਾਨੀ ਆ। ਇਹਦਾ ਕੋਈ ਮੁਕਾਬਲਾ ਨਹੀਂ, ਕੋਈ ਉਦਾਹਰਨ ਨਹੀਂ ਸੰਸਾਰ 'ਚ ਇਹੋ ਜਿਹੀ ਮਿਲਦੀ ਕਿ ਜਿਨ੍ਹਾਂ ਨਾਲ ਸਿਧਾਂਤਕ ਤੌਰ 'ਤੇ ਉੱਕਾ ਹੀ ਮੇਲ ਨਾ ਹੋਵੇ, ਤੇ ਉਹਨਾਂ ਦੇ ਧਰਮ ਦੀ ਖਾਤਰ ਵੀ। ਤੇ ਇਸ ਕਰਕੇ ਜਿਹੜਾ ਕਿਹਾ ਜਾਂਦਾ ਤੇਗ ਬਹਾਦਰ ਹਿੰਦ ਦੀ ਚਾਦਰ, ਅਸਲ 'ਚ ਇਹ ਹੈਗਾ ਇਸ ਤਰ੍ਹਾਂ ਵਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਸਾਰੀ ਸ੍ਰਿਸ਼ਟੀ ਦੇ ਉੱਪਰ ਹੀ ਉਹ ਇਹੋ ਜਿਹਾ ਮਾਣ ਉਹਨਾਂ ਨੇ ਕਾਰਨਾਮਾ ਕੀਤਾ ਆ ਜਿਹਦਾ ਕੋਈ। ਥੈਂਕ ਯੂ ਜੀ, ਥੈਂਕ ਯੂ ਗਿਆਨੀ ਧਰਮ ਸਿੰਘ ਜੀ। ਗਿਆਨੀ ਸੁੱਚਾ ਸਿੰਘ ਜੀ ਵੈਲਕਮ। ਤੇ ਆਪਣੇ ਦੇਖੋ ਜਿਹੜੇ ਗੁਰੂ ਸਾਹਿਬ ਜਦੋਂ ਗੁਰੂ ਬਣ ਤੋਂ ਪਹਿਲਾਂ ਅਸੀਂ ਇੰਨੀਆਂ ਮੰਜੀਆਂ ਲੱਗੀਆਂ ਉੱਥੇ, ਤੇ ਉਹਦੇ ਪਤਾ ਨਹੀਂ ਲੱਗਦਾ ਸੀਗਾ ਵੀ ਕਿਹੜਾ ਨੈਕਸਟ ਗੁਰੂ ਹੋਊਗਾ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਦਰਬਾਰ ਸਾਹਿਬ ਗਏ ਨੇ, ਉਹਨਾਂ ਨੂੰ ਮਸੰਦਾਂ ਨੇ ਦਰਵਾਜ਼ੇ ਬੰਦ ਕਰਤੇ, ਨਹੀਂ ਅੰਦਰ ਦਿੱਤਾ। ਉਸ ਪਾਸੇ ਦੀ ਥੋੜੀ ਬਹੁਤੀ ਗੱਲ ਸਾਡੇ ਨਾਲ ਸਾਂਝੀ ਕਰੋ ਵੀ ਇਹ ਫੈਮਿਲੀ ਵਿੱਚ ਇੰਨੀ ਦਫਾੜ ਵਗੈਰਾ ਕਿਉਂ ਸੀਗੀ? ਹਾਂਜੀ, ਸਭ ਤੋਂ ਪਹਿਲੇ ਤਾਂ ਜੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਕੱਲੇ ਨਹੀਂ, ਬਾਕੀ ਵੀ ਸਾਰੇ ਗੁਰੂ ਸਾਹਿਬਾਨ, ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਗੱਦੀ ਹੈ ਦੂਜੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੀ, ਤੀਜੇ ਪਾਤਸ਼ਾਹ ਨੂੰ, ਉੱਥੇ ਤੱਕ ਠੀਕ ਹੈ ਕਿ ਕਾਨਫਲਿਕਟ ਜਿਹੜਾ ਕੋਈ ਨਹੀਂ ਅਰਾਈਜ਼ ਹੋਇਆ। ਲੇਕਿਨ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੋਂ ਇਹ ਜਿਹੜਾ ਸ਼ੁਰੂ ਹੋ ਜਾਂਦਾ, ਜਿਹੜਾ ਘਮਸਾਨ ਥੋੜਾ ਜਿਹਾ
ਕਿ ਲੋਕਾਂ ਦੇ ਵਿੱਚ ਜਾਣੀ ਪਹਿਲਾਂ ਤੇ ਇੱਕ ਚੀਜ਼ ਸਾਨੂੰ ਇਸ ਤਰ੍ਹਾਂ ਵੀ ਸੋਚਣੀ ਚਾਹੀਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਨਵੀਂ ਧਾਰਮਿਕ ਸੋਚ ਦੀ ਸ਼ੁਰੂਆਤ ਜਿਹੜੀ ਕਰਦੇ ਆ, ਉਹਦੀ ਐਸਟੈਬਲਿਸ਼ਮੈਂਟ ਹੁੰਦਿਆਂ ਥੋੜਾ ਟਾਈਮ ਲੱਗਦਾ ਹੈ। ਤੇ ਲੇਕਿਨ ਤਕਰੀਬਨ ਜਦੋਂ ਅੱਧ ਤੱਕ ਜਾਂਦੀ ਹੈ ਫਿਰ ਲੋਕਾਂ ਨੂੰ ਇੰਨਾ ਲੱਗਣ ਲੱਗ ਪਿਆ ਕਿ ਇਹੋ ਹੀ ਇੱਕ ਬਹੁਤ ਵਧੀਆ ਧਰਮ ਹੈ ਤੇ ਇਹਦੇ ਰਾਹੀਂ ਮਸ਼ਹੂਰ ਵੀ ਹੋਇਆ ਜਾ ਸਕਦਾ। ਹੁਣ ਦੁਨੀਆ ਦੀ ਕੋਈ ਵੀ ਜਿਹੜੀ ਗੱਲ ਹੁੰਦੀ ਜਿਸ ਵੇਲੇ ਥੋੜੀ ਜਿਹੀ ਨਾ ਮਸ਼ਹੂਰ ਹੁੰਦੀ ਹੈ ਤੇ ਲੋਕ ਚਾਹੁੰਦੇ ਹੁੰਦੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਰਾਹੀਂ ਅਸੀਂ ਵੀ ਥੋੜਾ ਜਿਹਾ ਆਪਣਾ ਨਾਮ ਬਣਾ ਲਈਏ। ਤੇ ਜਿਸ ਤਰ੍ਹਾਂ ਡੇਰੇਦਾਰ ਇਸ ਵੇਲੇ ਚੱਲਦੇ ਆ ਕਿ ਇੱਕ ਮਹਾਂਪੁਰਖ ਕੋਈ ਪਹਿਲਾਂ ਹੁੰਦਾ ਹੈ, ਉਹ ਆਪਣੀ ਤਪੱਸਿਆ ਦੇ ਨਾਲ ਜਿਹੜਾ ਮਸ਼ਹੂਰ ਹੁੰਦਾ, ਉਸ ਤੋਂ ਬਾਅਦ ਆਉਣੇ ਵਾਲੇ ਸਾਰੇ ਉਹਦਾ ਨਾਮ ਯੂਜ਼ ਕਰਕੇ ਮਸ਼ਹੂਰ ਹੋਣਾ ਚਾਹੁੰਦੇ ਹੁੰਦੇ ਆ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਹੋਇਆ। ਪੰਜਵੇਂ ਪਾਤਸ਼ਾਹ ਜੀ ਦੇ ਟਾਈਮ ਤੋਂ ਇਹ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉਹਨਾਂ ਦੇ ਭਰਾ ਤੇ ਹੋਰ ਐਰਾ ਵਗੈਰਾ ਆਸੇ ਪਾਸਿਓਂ ਜਿਹੜੇ ਕੋਸ਼ਿਸ਼ ਕਰਦੇ ਸੀਗੇ ਕਿ ਇਹ ਸ਼ਾਇਦ ਜੇਕਰ ਸਾਨੂੰ ਗੱਦੀ ਮਿਲ ਜਾਵੇ ਤੇ ਪਿਤਾ ਪੁਰਖੀ ਚੀਜ਼ ਹੋ ਗਈ, ਤੇ ਜਿਸ ਤਰ੍ਹਾਂ ਜਾਇਦਾਦ ਦੇ ਉੱਪਰ ਸਾਡਾ ਹੱਕ ਹੈ ਇਸੇ ਤਰ੍ਹਾਂ ਇਹਦੇ ਉੱਪਰ ਵੀ ਸਾਡਾ ਹੱਕ ਹੈ। ਤੇ ਉਹ ਜਿਹੜੀ ਇੱਜ਼ਤ ਮਾਣ ਤੇ ਥੋੜੀ ਬਹੁਤੀ ਜਿਹੜੀ ਸੰਗਤਾਂ ਦੇ ਵੱਲੋਂ ਭੇਟਾਵਾਂ ਆਉਂਦੀਆਂ ਗੁਰੂ ਦੇ ਨਾਮ ਦੇ ਉੱਤੇ, ਉਹਨਾਂ ਦੇ ਉੱਪਰ ਜਿਹੜੇ ਅੱਖ ਜਾਂਦੀ ਹੈ, ਬੰਦੇ ਦਾ ਮਨ ਲੁਭਾਏਮਾਨ ਹੁੰਦਾ। ਤੇ ਇਸ ਕਰਕੇ ਇਹ ਜਿਹੜਾ ਸਾਰੇ ਦਾ ਸਾਰਾ ਸਿਸਟਮ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੋਂ ਖੁੱਲੇ ਆਮ ਇਹ ਸ਼ੁਰੂ ਹੋ ਗਿਆ ਸੀ ਭਾਈ ਪ੍ਰਿਥੀ ਚੰਦ ਦੇ ਰਾਹੀਂ, ਤੇ ਬਾਕੀ ਗਾਂ ਜਿਹੜਾ ਚੱਲਦਾ ਰਿਹਾ। ਤੇ ਉਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਤੱਕ ਜਦੋਂ ਆਉਂਦਾ ਇਹ ਸਮਾਂ, ਉਸ ਵੇਲੇ ਫਿਰ ਇੱਕ ਨਹੀਂ ਉਸ ਵੇਲੇ ਕਈ ਉਸਦੇ ਦਾਅਵੇਦਾਰ ਬਣ ਕੇ ਬੈਠ ਜਾਂਦੇ ਆ, ਜਿਹੜੇ ਆਪਣੇ ਆਪ ਨੂੰ ਪਹਿਲਾਂ ਸੰਤ ਕਹਾਉਂਦੇ ਆ। ਥੋੜਾ ਬਹੁਤਾ ਇੱਧਰ ਉੱਧਰ ਦੁਨੀਆ ਦੇ ਮਾਣ ਤਾਣ ਹੈ, ਤੇ ਉਹ ਫਿਰ ਜਿਸਲੇ ਇਕੱਠੇ ਹੋ ਕੇ ਇੱਧਰ ਉੱਧਰ ਬੈਠ ਜਾਂਦੇ ਕਿ ਸ਼ਾਇਦ ਕੋਈ ਭੁਲੇਖੇ ਦੇ ਵਸ ਸਾਨੂੰ ਹੀ ਗੁਰੂ ਮੰਨ ਲਵੇ। ਔਰ ਇਹੋ ਹੀ ਚੀਜ਼ ਜਿਹੜੀ ਹੈ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਸੀਗੇ ਤੇ ਉਸ ਵੇਲੇ ਪ੍ਰਿਥੀ ਚੰਦ ਨੇ ਵੀ ਕੀਤੀ ਸੀ। ਉਹਨੇ ਵੀ ਪੈਰਲਲ ਜਿਹੜੀ ਆਪਣੀ ਗੱਦੀ ਲਾ ਲਈ ਸੀ ਤੇ ਲੋਕਾਂ ਨੂੰ ਭਰਮਾ ਕੇ ਆਪਣੇ ਵੱਲ ਲਿਆਉਂਦਾ ਸੀ ਆਪਣੇ ਚੇਲਿਆਂ ਦੇ ਰਾਹੀਂ। ਜਿਹਨੂੰ ਪਿਪਲੀ ਸਾਹਿਬ ਤੇ ਇੱਧਰ ਉੱਧਰ ਜਿਹੜੇ ਅੰਮ੍ਰਿਤਸਰ ਨੂੰ ਆਉਣੇ ਵਾਲੇ ਰਸਤੇ ਸੀਗੇ, ਉਹਨਾਂ ਦੇ ਉੱਪਰ ਆਪਣੇ ਬੰਦੇ ਬਿਠਾਲੇ ਹੋਏ ਸੀਗੇ। ਇਹ ਤੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਉਹਨਾਂ ਦੀ ਦੇਣ ਹੈ ਕਿ ਉਹ ਜਦੋਂ ਆਏ ਆਗਰੇ ਤੋਂ ਤੇ ਉਹਨਾਂ ਨੇ ਦੇਖਿਆ ਲੰਗਰ ਦਾ ਹਾਲ ਮਸਤਾਨਾ ਹੋਇਆ ਤੇ ਉਹਨਾਂ ਨੇ ਪੁੱਛਿਆ ਕਿ ਕਾਰਨ ਕੀ ਹੈ। ਪਤਾ ਲੱਗਾ ਕਿ ਜੀ ਇਹ ਤਾਂ ਮਾਤਾ ਗੰਗਾ ਜੀ ਕੋਲੋਂ ਪਤਾ ਲੱਗਾ ਕਿ ਇਹ ਜਿਹੜਾ ਰਸਤੇ ਪਾਣੀ ਆਉਂਦਾ ਉਹ ਪ੍ਰਿਥੀ ਚੰਦ ਜੀ ਲੈ ਜਾਂਦੇ ਆ ਤੇ ਲੰਗਰ ਛਕਣ ਵਾਸਤੇ ਸੰਗਤਾਂ ਨੂੰ ਇੱਧਰ ਭੇਜ ਦਿੰਦੇ ਆ। ਚਲੋ ਖੈਰ, ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਜਿਹੜੀ ਸੂਝ ਵਰਤੀ, ਉਹਨਾਂ ਨੇ ਸਿੱਖ ਆਪਣੇ ਬਹਾਲੇ, ਉਹਨਾਂ ਤੋਂ ਵੀ ਜਿਹੜੇ ਪਹਿਲੇ ਜਿੱਥੇ ਪ੍ਰਿਥੀ ਚੰਦ ਦੇ ਬੰਦੇ ਬੈਠੇ ਸੀ ਉਸ ਤੋਂ ਵੀ ਅਗਾਹ ਕਰਕੇ ਉਹਨਾਂ ਨੇ ਰਸਤੇ ਵਿੱਚ ਬਿਠਾਲੇ ਤਾਂ ਕਿ ਉੱਥੋਂ ਸਮਝਾ ਸਕਣ ਕਿ ਅਸਲੀ ਗੁਰੂ ਕੌਣ ਹੈ। ਹੁਣ ਇਹ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਟਾਈਮ ਆਉਂਦਾ, ਉਸ ਵੇਲੇ ਜਿਹੜਾ ਸਮਾਂ ਇੰਨਾ ਜ਼ਿਆਦਾ ਬਦਲ ਗਿਆ ਕਿ ਪਤਾ ਹੀ ਨਹੀਂ ਲੱਗਦਾ ਕੌਣ ਹੈ ਕੌਣ, ਅਗਾਹ ਕੌਣ ਆ ਰਿਹਾ। ਤੇ ਉਸ ਵੇਲੇ ਜਾਨੀ ਇੱਕ ਚੀਜ਼ ਇਹ ਵੀ ਹੈ ਕਿ ਗੁਰੂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਤੇ ਉਹ ਤੇ ਬਾਲ ਅਵਸਥਾ ਦੇ ਵਿੱਚ ਚੜ੍ਹਾਈ ਕਰਦੇ ਆ ਤੇ ਉਹ ਸਿਰਫ ਜਿਹੜਾ ਇਸ਼ਾਰਾ ਹੀ ਦੇ ਕੇ ਜਾਂਦੇ ਆ ਕਿ ਬਾਬਾ ਬਕਾਲੇ। ਹੁਣ ਉਹ ਜਿਹੜਾ ਇਸ਼ਾਰੇ ਦਾ ਫਾਇਦਾ ਲੋਕ ਉਠਾਉਣਾ ਚਾਹੁੰਦੇ ਆ ਕਿ ਸ਼ਾਇਦ ਜਿੰਨੀ ਦੇਰ ਤੱਕ ਮੈਨੂੰ ਕੋਈ ਗੁਰੂ ਮੰਨ ਲਵੇ ਉਨੀ ਦੇਰ ਤੱਕ ਹੀ ਮੇਰਾ ਜਿਹੜਾ ਦਾਲ ਫੁਲਕਾ ਚੱਲ ਸਕਦਾ, ਉਨੀ ਦੇਰ ਤੱਕ ਜੋ ਕੁਝ ਵੀ ਇਕੱਠਾ ਹੋ ਗਿਆ ਮੈਂ ਲੈ ਕੇ ਨੱਠ ਜਾਵਾਂਗਾ। ਤੋਂ ਇਸ ਕਰਕੇ ਉੱਥੇ ਜਿਹੜੇ ਲੋਕ ਇਕੱਠੇ ਹੋ ਜਾਂਦੇ ਆ ਨਾ ਜੀ, ਤਾਂ ਉਹਨਾਂ ਨੂੰ ਪਤਾ ਤੇ ਹੈ ਹੀ ਆ ਨਾ ਕਿ ਸਾਰੇ ਜੇਕਰ ਹੁਣ 100 ਬੰਦਾ ਬੈਠਾ ਉੱਥੇ ਜੀ ਮੰਜੀਆਂ ਲਾ ਕੇ ਗੁਰੂ ਬਣ ਕੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸੇ ਨਾ ਕਿਸੇ ਦਾ ਸਾਰਿਆਂ ਦੇ ਕਿਸੇ ਨਾ ਕਿਸੇ ਤਰ੍ਹਾਂ ਪਾਜ ਤੇ ਗੁੜਨਾ ਤੇ ਉਸ ਵੇਲੇ ਸਿਰਫ ਮੌਕੇ ਦਾ ਫਾਇਦਾ ਉਠਾਉਣ ਦੇ ਵਾਸਤੇ ਬੈਠੇ ਹੁੰਦੇ ਆ ਕਿ ਹੁਣ ਮੌਕਾ ਹੈਗਾ ਤੇ ਹੁਣ ਜੋ ਕੁਝ ਹੱਥ ਆਉਂਦਾ ਉਹ ਲੈ ਲਓ। ਤੇ ਇਸ ਚਾਲ ਦੇ ਨਾਲ ਉਹ ਲੋਕ ਬੈਠੇ ਸੀਗੇ। ਉਹਨਾਂ ਨੂੰ ਪਤਾ ਸੀਗਾ ਕਿ ਗੁਰੂ ਤੇ ਉਹਨਾਂ ਨੇ ਬਣਨਾ ਨਹੀਂ ਤੇ ਨਾ ਹੀ ਉਹਨਾਂ ਨੂੰ ਕਿਸੇ ਨੇ ਮੰਨਣਾ ਹੀ ਹੈ ਗੁਰੂ। ਤੇ ਉਹ ਜਿਹੜੀ ਚੀਜ਼ ਹੈ ਉਸ ਦਾ ਫਾਇਦਾ ਉਠਾਉਣ ਦੇ ਵਾਸਤੇ ਬੈਠੇ ਸੀ। ਲੇਕਿਨ ਜਿਹੜਾ ਵਾਕਿਆ ਵਰਤਦਾ ਹੈ ਭਾਈ ਮੱਖਣ ਸ਼ਾਹ ਲਵਾਣੇ ਵਾਲਾ, ਤਾਂ ਹੁਣ ਐਗਜ਼ੈਕਟਲੀ ਇਸ ਤਰ੍ਹਾਂ ਕਿਸ ਤਰ੍ਹਾਂ ਗੱਲ ਹੁੰਦੀ ਉਹ ਤੇ ਕੋਈ ਜ਼ਰੂਰੀ ਨਹੀਂ ਨਾ ਵੀ ਉਸ ਤਰ੍ਹਾਂ ਹੋਵੇ। ਤੇ ਲੇਕਿਨ ਇਹ ਹੈ ਕਿ ਉਸ ਵੇਲੇ ਜਿਹੜੀ ਪਹਿਚਾਣ, ਜਿਹੜੀ ਸਿੱਖਾਂ ਨੂੰ ਪਹਿਚਾਣ ਹੈ ਸੀ ਕਿ ਗੁਰੂ ਕਿਹੋ ਜਿਹਾ ਹੁੰਦਾ ਜਾਂ ਗੁਰੂ ਸਾਡੇ ਦੀ ਸ਼ਕਲ ਕਿਹੋ ਜਿਹੀ ਹੈ ਜਾਂ ਗੁਰੂ ਦਾ ਸੁਭਾਅ ਕਿਹੋ ਜਿਹਾ ਹੋਏਗਾ। ਤਾਂ ਇਸ ਤੋਂ ਇੱਕ ਚੀਜ਼ ਹੈ ਜਿਹੜੀ ਸਾਹਮਣੇ ਆਉਂਦੀ ਹੈ ਕਿ ਸਿੱਖ ਉਸ ਵੇਲੇ ਤੱਕ ਵੀ ਕਿੰਨੇ ਸਿਆਣੇ ਹੋਣਗੇ ਜਿਹੜੇ ਇੰਨਿਆਂ ਦੇ ਵਿੱਚੋਂ ਵੀ ਇੱਕ ਗੁਰੂ ਨੂੰ ਆਪਣੇ ਨੂੰ ਪਛਾਣ ਸਕਦੇ ਆ। ਜਿਹੜਾ ਸਿੱਖ ਹੈ, ਜਿਹੜਾ ਸਿੱਖ ਨੂੰ ਇੱਕ ਹੁਕਮ ਵੀ ਹੈ ਨਾ ਕਿ ਗੁਰਸਿੱਖਾਂ ਲਹਿੰਦਾ ਭਾਲ ਕੈ, ਗੁਰਸਿੱਖ ਦੀ ਵੀ ਭਾਲ ਕਰਕੇ ਦੋਸਤੀ ਯਾਰੀ ਕਰਦਾ, ਜਿਹਨੂੰ ਸੰਗਤ ਕਹਿੰਦੇ ਆ ਕਿ ਗੁਰਸਿੱਖ ਨੂੰ ਗੁਰਸਿੱਖ ਮਿਲੇ, ਗੁਰਸਿੱਖਾਂ ਲਹਿੰਦਾ ਭਾਲ ਕੈ। ਤਾਂ ਇਸੇ ਤਰ੍ਹਾਂ ਹੀ ਗੁਰਸਿੱਖ ਦੇ ਅੰਦਰ ਇੰਨੀ ਕੁ ਜਿਹੜੀ ਤਾਕਤ, ਇੰਨੀ ਸ਼ਕਤੀ ਕਹਿ ਲਓ ਜਾਂ ਇੰਨੀ ਸਮਝ ਸੂਝ ਹੁੰਦੀ ਹੈ ਕਿ ਉਹ ਆਪਣੇ ਗੁਰੂ ਦੀ ਵੀ ਪਹਿਚਾਣ ਕਰ ਸਕਦਾ, ਸੱਚੇ ਗੁਰੂ ਦੀ ਪਹਿਚਾਣ। ਤੇ ਇਹ ਚੀਜ਼ ਅਸਲ ਦੇ ਵਿੱਚ ਇੱਥੇ ਦਰਸਾਈ ਗਈ ਹੈ, ਨਾ ਕਿ ਉਸ ਜਿਹੜਾ ਗੁਰਲਾਦੋਰੇ ਸਿਰਫ ਇੰਨੀ ਗੱਲ ਨਹੀਂ ਹੈ। ਤੋ ਇਹ ਸਿੱਖਾਂ ਦੀ ਸੂਝ-ਬੂਝ ਹੈ, ਇੱਕ ਇਕੱਲੇ ਬੰਦੇ ਦੀ ਨਹੀਂ ਹੋਣੀ। ਇਹ ਵੀ ਆਮ ਸ਼ੋਰ ਉਹਦੇ ਵਿੱਚ ਹੋਰ ਕਈਆਂ ਨੇ ਵੀ ਦੱਸਿਆ ਹੋਣਾ ਕਿ ਉੱਥੇ ਹੈਗੇ, ਅਸਲ ਦੇ ਵਿੱਚ ਉਹ ਹੈ, ਇਹ ਨਹੀਂ ਹੈ। ਅਸਲੀ ਗੁਰੂ ਉੱਧਰ ਬੈਠੇ ਹੈ।
ਤਾਂ ਉਹ ਜਿਹੜੀ ਹੈ ਨਾ ਜੀ, ਇਹ ਸਿੱਖਾਂ ਦੀ ਸੂਝ-ਬੂਝ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਉਹ ਗੁਰੂ ਦੀ ਵੀ, ਸੱਚੇ ਗੁਰੂ ਦੀ, ਸਤਿਗੁਰੂ ਦੀ ਆਪਣੀ ਦੀ ਪਹਿਚਾਣ ਕਰ ਸਕਦੇ ਆ। ਤੇ ਉਹ ਜਿਹੜੀ ਸਮਝ ਬਾਹਰ ਆਉਂਦੀ ਹੈ ਤੇ ਫਿਰ ਇੱਕਦਮ ਜਿਹੜੇ ਬਾਕੀ ਦੇ ਉਹ ਆਪਣੇ ਜੋ ਕੁਛ ਉਹਨਾਂ ਨੂੰ ਇਕੱਠਾ ਹੋਇਆ ਹੁੰਦਾ, ਚਾਰ ਪੈਸੇ ਉਹਨਾਂ ਦੇ ਕੋਲ, ਉਹ ਲੈ ਕੇ ਨੱਠ ਜਾਂਦੇ ਉੱਥੋਂ, ਯੂ ਨੋ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਫॉर ਕਲੈਰੀਫਿਕੇਸ਼ਨ ਗਿਆਨੀ ਜੀ। ਡਾਕਟਰ ਕੁਲਵੰਤ ਸਿੰਘ ਜਿਸ ਹਿਸਾਬ ਨਾਲ ਗਿਆਨੀ ਆ ਤੇ ਗਿਆਨੀ ਧਰਮ ਸਿੰਘ ਹੁਣਾਂ ਨੇ ਤੇ ਇਧਰ ਗਿਆਨੀ ਡਾਕਟਰ ਇੰਦਰਜੀਤ ਸਿੰਘ ਹੁਣਾਂ ਨੇ ਇਹ ਵਿਚਾਰਾਂ ਤੇ ਨਜ਼ਰ ਮਾਰਦੇ ਹੋਏ ਦੱਸੋ ਕਿ ਵੀ ਕਿੰਨੀ ਮਤਲਬ ਜਿਹੜੀ ਸਿਆਣਪ ਦੀ ਲੋੜ ਪੈਂਦੀ ਆ ਅੱਜ ਕੱਲ੍ਹ ਵੀ, ਜਿਵੇਂ ਹੁਣ ਅਕਾਲੀ ਪੋਲੀਟਿਕਸ ਜਾਂ ਹੋਰ ਹੁਣ ਫਾਰਮਰਸ ਦੀ ਐਜੀਟੇਸ਼ਨ ਫੋਰਚੂਨੇਟਲੀ ਓਵਰ ਹੋਈ ਹੈ, ਗੱਲਾਂ ਤਾਂ ਸਾਰੀਆਂ ਉਹੀ ਹੁਣ ਚੱਲ ਰਹੀਆਂ, ਉਹੀ ਮਹਾਰਾਜ ਦੇ ਮੌਕੇ ਹੁੰਦੀਆਂ ਸੀਗੀਆਂ, ਹਾਂਜੀ। ਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਐਜ਼ ਏ ਕੌਮ ਨੂੰ ਕੀ ਸਬਕ ਸਿੱਖਣੇ ਚਾਹੀਦੇ ਨੇ? ਹਾਂਜੀ ਸਰ, ਜਿਸ ਤਰ੍ਹਾਂ ਪਹਿਲਾਂ ਸਾਰੇ ਗੁਰਮੁਖ ਪਿਆਰਿਆਂ ਨੇ ਦੱਸਿਆ ਤੇ ਹੁਣ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਮੈਂ ਬੱਧੀ ਸੱਚ ਧਰਮਸਾਲ ਹੈ, ਕੁਛ ਸਿੱਖਾ ਲੈਂਦਾ ਭਾਰ। ਤੋ ਇਹਦੇ ਵਿੱਚ ਇਹ ਹੈ ਵੀ ਜਿਹੜਾ ਸਤਿਗੁਰੂ ਹੈ ਨਾ, ਗੁਰੂ, ਉਹਦੀ ਜਿਹੜੀ ਤੇਜ ਹੀ ਇੰਨਾ ਹੁੰਦਾ ਹੈ ਕਿ ਗੁਰੂ ਛੁਪਾਇਆ ਛੁਪ ਨਹੀਂ ਸਕਦਾ। ਜਿੱਦਾਂ ਰਤਨ ਲੁਕਾਇਆ ਲੁਕੇ ਨਹੀਂ, ਜੇ ਕੋ ਰੱਖੇ ਲੁਕਾਇਆ, ਗੁਰਬਾਣੀ ਆਉਂਦੀ ਹੈ ਕਿ ਜਿਹੜਾ ਰਤਨ ਹੈਗਾ ਇਹ ਲੁਕ ਨਹੀਂ ਸਕਦਾ। ਤੋ ਇਹ ਚ ਕੋਈ ਸ਼ੱਕ ਦੀ ਗੱਲ ਨਹੀਂ, ਸਤਿਗੁਰੂ ਜੀ ਨੇ ਪ੍ਰਗਟ ਹੋਣਾ ਹੀ ਹੋਣਾ ਸੀ। ਇਹ ਸਿਰਫ ਇੱਕ ਸੰਸਾਰ ਦੀ ਸਾਨੂੰ ਖੇਡ ਦਿਖਾਈ ਗਈ ਹੈ ਕਿ ਸੰਸਾਰ ਜਿੱਥੇ ਵੀ ਕਿਧਰੇ ਐਸਾ ਮੌਕਾ ਬਣਦਾ ਹੈ ਕਿ ਗੁਰੂ ਪ੍ਰਤੀ ਡਬਲ ਮਾਈਂਡਡਨੈਸ ਹੋਵੇ ਨਾ, ਤੇ ਜਿਹੜੇ ਸੰਸਾਰੀ ਸੰਤ ਬਣੇ ਨੇ, ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਉਹ ਹਮੇਸ਼ਾ ਹੀ ਮੌਕੇ ਦਾ ਫਾਇਦਾ ਉਠਾਉਂਦੇ। ਹੁਣ ਗੁਰੂ ਸਾਹਿਬਾਂ ਦੀ ਜੋ ਤੁਸੀਂ ਸਵਾਲ ਕੀਤਾ ਹੈ ਕਿ ਗੁਰੂ ਸਾਹਿਬ ਨੂੰ ਜਿਹੜਾ ਲੱਭਣਾ ਨਾ, ਦੇਖੋ ਇਹ ਤੇ ਹੈਗਾ ਕਿ ਦੋ ਸ਼ਬਦ ਆਉਂਦੇ, ਇੱਕ ਸਤਿਗੁਰੂ ਬਾਰੇ ਆਉਂਦਾ, ਇੱਕ ਸਿੱਖ ਬਾਰੇ। ਸਤਿਗੁਰੂ ਬਾਰੇ ਆਉਂਦਾ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਜੋਗ ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈਏ ਫੂਕ। ਉਹ ਕਹਿੰਦੇ ਬੰਸੀ ਨੂੰ ਫੂਕ ਮਾਰਾਂਗੇ ਤੇ ਆਵਾਜ਼ ਦੇਗੀ, ਬਾਂਸ ਨੂੰ ਮਾਰਿਆ ਆਵਾਜ਼ ਨਹੀਂ ਦਿੰਦਾ। ਸੋ ਸਿੱਖ ਦੀ ਵੀ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ, ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ, ਸਿੱਖ ਦੀ ਅਵਸਥਾ ਹੋਣੀ ਵੀ ਜ਼ਰੂਰੀ ਹੈ। ਫਿਰ ਹੀ ਉਹ ਸਿੱਖ ਘਰ ਨਾ ਕਰੇਗਾ, ਉਹਨੂੰ ਸਿੱਖੀ ਕਮਾਣੀ ਪੈਣੀ। ਦੂਸਰੇ ਪਾਸੇ ਜਿਹੜੇ ਸਤਿਗੁਰੂ ਹੈ, ਸਤਿਗੁਰੂ ਦਾ ਜਿਹੜੀ ਵਡਿਆਈ ਇਹ ਹੈਗੀ ਹੈ ਕਿ ਸਤਿਗੁਰ ਦਾ ਪੂਰਨ ਤੇ ਸਮਰੱਥ। ਤੇ ਸਤਿਗੁਰ ਕੀ ਕਰਦਾ? ਸਤਿਗੁਰ ਤੇ ਹੈਗਾ ਕਿ ਸਤਿਗੁਰ ਖੋਟਿਓਂ ਖਰੇ ਸ਼ਬਦ ਸਵਾਰਨਹਾਰ। ਜਿਹੜਾ ਸਤਿਗੁਰੂ ਹੈ ਉਹ ਖੋਟਿਆਂ ਨੂੰ ਵੀ ਖਰੇ ਕਰ। ਸੋ ਇਹ ਮਿਊਚੁਅਲ ਚੀਜ਼ ਹੈਗੀ ਹੈ, ਜਿਹਦੇ ਚ ਗੁਰੂ ਦਾ ਜਿਹੜਾ ਸਥਾਨ ਹੈ ਉਹ ਕੀ ਹੈਗਾ ਕਿ ਜਿੱਦਾਂ ਭਾਈ ਗੁਰਦਾਸ ਜੀ ਦੀ ਵਾਰ ਹੈਗੀ ਹੈ ਕਿ ਚਰਨ ਸ਼ਬਦ ਗੁਰ ਇਹ ਪੈਂਡਾ ਜਾਏ, ਸਤਿਗੁਰ ਕੋਟ ਪੈਂਡਾ ਆ ਕੇ ਪਹਿਲੇ ਵੀ ਸਿੱਖ ਨੇ ਜਿਹੜਾ ਉਪਰਾਲਾ ਕਰਨਾ ਉਹ ਕੇਵਲ ਇੱਕ ਪੈਂਡੇ ਸਮਾਨ, ਤੇ ਜਿਹੜਾ ਸਤਿਗੁਰੂ ਹੈ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਕਰੋੜਾਂ ਪੈਂਡਿਆਂ ਸਮਾਨ। ਹੁਣ ਇਹ ਜਿਹੜੀ ਚੀਜ਼ ਹੈਗੀ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹੀਦੀ ਦੀ ਗੱਲ ਆਪਾਂ ਕਰ ਰਹੇ ਹਾਂ ਨਾ, ਤੇ ਅਗਰ ਆਪ ਜੀ ਸਮਾਂ ਦਿਓ ਤੇ ਮੈਂ ਉਹਨੂੰ ਪੰਚਮ ਪਾਤਸ਼ਾਹ ਦੀ ਸ਼ਹੀਦੀ ਨਾਲ ਇਕੁਏਟ ਕਰਨਾ ਚਾਹੁੰਦਾ। ਸ਼ਹੀਦੀ ਤਾਂ ਕੋਈ ਛੋਟੀ ਵੱਡੀ ਹੁੰਦੀ ਨਹੀਂ, ਲੇਕਿਨ ਜਦੋਂ ਉਹਨੂੰ ਹਿਸਟੋਰੀਕਲ ਪੱਖ ਤੋਂ ਵੇਖਦੇ ਆ ਨਾ ਤੇ ਕੀ ਦੇਖਣ ਜਾਂਦਾ ਹੈ। ਹਾਂਜੀ, we will come back to ਸ਼ਹੀਦੀ ਦਾ ਸਿਚੁਏਸ਼ਨ ਥੋੜਾ ਠਹਿਰ ਕੇ। ਹਾਂਜੀ, ਥੈਂਕ ਯੂ ਫॉर your contribution। ਹਾਂਜੀ, ਤੇ ਪਾੜਿਆ ਸਾਹਿਬ, ਤੁਸੀਂ ਆ ਜਿਹੜੀ ਸੋਫਾ ਗੱਲਾਂ ਬਾਤਾਂ ਹੋਈਆਂ, ਇਹਨਾਂ ਬਾਬਤ ਤੁਹਾਡੇ ਕੀ ਵਿਚਾਰ ਨੇ? ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬੜੇ ਹੀ ਉੱਚੇ ਵਿਚਾਰਾਂ ਨਾਲ ਡਾਕਟਰ ਸਾਹਿਬ ਨੇ ਔਰ ਕੁਲਵਿੰਦਰ ਸਿੰਘ ਜੀ ਨੇ, ਭਾਈ ਸੁੱਚਾ ਸਿੰਘ ਦੱਸਿਆ ਹੈ, ਸਾਰੇ ਨੇ ਉਹਨਾਂ ਦੀ ਸ਼ਖਸੀਅਤ ਬਾਰੇ। ਜਿਹੜਾ ਗੁਰੂ ਹੁੰਦਾ ਹੈ, ਜਿਸ ਤਰ੍ਹਾਂ ਦੱਸਿਆ ਗਿਆ ਕਿ ਉਹ ਆਪਣੇ ਆਪ ਪਤਾ ਚੱਲ ਜਾਂਦਾ ਹੈ ਕਿਹੜਾ ਭੇਖੀ ਹੈ ਕਿਹੜਾ ਅਸਲੀ ਹੈ। ਉਹਨਾਂ ਦੇ ਅੰਦਰ ਐਸੀ ਰੂਹਾਨੀਅਤ ਹੁੰਦੀ ਹੈ ਜਿਹੜੀ ਕਿ ਆਪਣੇ ਆਪ ਨੂੰ ਪ੍ਰਤੱਖ ਕਰਦੀ ਹੈ। ਸੋ ਜੋ ਵੀ ਹਿਸਟਰੀ ਰਹੀ ਹੋਏਗੀ, ਅਸੀਂ ਪੜ੍ਹਿਆ ਵੀ ਉਹ ਭਾਈ ਨਵਾਣਾ ਜਿਹੜੇ ਸੀਗੇ ਉਹ ਸ਼ਿਪ ਲੈ ਕੇ ਆਏ ਸੀ ਵਗੈਰਾ ਵਗੈਰਾ, ਚਲੋ ਉਹ ਕਹਾਣੀਆਂ ਨੇ। ਲੇਕਿਨ ਮੇਨ ਚੀਜ਼ ਇਹ ਹੈ ਕਿ ਗੁਰੂ ਸਾਹਿਬਾਂ ਦਾ ਜੋ ਰੂਹਾਨੀਅਤ ਸੀ ਉਹ ਬੜੇ ਉੱਪਰ ਦਰਜੇ ਦੀ ਸੀ। ਉਹਨਾਂ ਨੂੰ ਮਾਇਆ ਦੇ ਨਾਲ ਕੋਈ ਐਸਾ ਵਿਚਾਰ ਨਹੀਂ ਸੀ। ਔਰ ਜੋ ਬਾਕੀ ਲੋਕ ਬੈਠੇ ਹੋਏ ਸੀ ਬਾਬੇ ਬਕਾਲੇ, ਅਪੇਰੈਂਟਲੀ
ਜ਼ਾਹਿਰਾ ਤੌਰ ਤੇ ਹੀ ਉਹ ਬਸ ਪੈਸਿਆਂ ਦੇ ਮਗਰ ਹੀ ਪਏ ਸੀ। ਇਸ ਵਾਸਤੇ ਜੇ ਇਨਸਾਨ ਲੱਭਣ ਦੀ ਕੋਸ਼ਿਸ਼ ਕਰਦਾ ਉਹ ਸਮਝ ਜਾਂਦਾ ਹੈ ਵੀ ਇਹ ਸਾਰੇ ਐਵੇਂ ਬੈਠੇ ਹੋਏ ਨੇ। ਤੇ ਜਿਸ ਤਰ੍ਹਾਂ ਹੁੰਦੇ ਨੇ ਕਈ ਹੱਥ ਦੇਖਣ ਵਾਲੇ, ਜੀ ਤੁਹਾਡਾ ਹੱਥ ਬੜਾ ਸੋਹਣਾ ਜੀ, ਫਟਾਫਟ ਜੀ ਹੱਥ ਦਿਖਾ ਦਿਓ, ਯੂ ਹੈਵ ਗ੍ਰੇਟ ਪ੍ਰੋਗਰਾਮ। ਸੋ ਇਸ ਤਰ੍ਹਾਂ ਦੇ ਲੋਕ ਕਈ ਬੈਠੇ ਹੁੰਦੇ ਨੇ ਦੁਕਾਨਾਂ ਲਗਾ ਕੇ। ਸੋ ਇਹੀ ਗੱਲ ਹੈ ਗੁਰੂ ਸਾਹਿਬਾਂ ਦੀ, ਜੋ ਉਹਨਾਂ ਦਾ ਲੱਭਣਾ ਜਿਹੜਾ ਸੀ, ਉਹਨਾਂ ਨੂੰ ਪ੍ਰਗਟ ਹੋਣਾ ਇੱਕ ਵੱਡਾ ਇਵੈਂਟ ਸੀ ਉਹਨਾਂ ਦੀ ਲਾਈਫ ਦੇ ਵਿੱਚ। ਲੇਕਿਨ ਉਹ ਹੋ ਹੀ ਜਾਣਾ ਸੀ, ਕਿਉਂਕਿ ਜੋ ਅਸਲੀ ਹੈ ਅਸਲੀ ਹੈ, ਸੱਚ ਹੈ ਸੱਚ ਹੀ ਹੈ, ਉਹਨੂੰ ਕੁਝ ਪਾ ਨਹੀਂ ਸਕਦਾ। ਤੇ ਉਹ ਸੱਚ ਦੀ ਖੁਸ਼ਬੂ ਹਮੇਸ਼ਾ ਉੱਪਰ ਆ ਜਾਂਦੀ ਹੈ ਬਾਹਰ। ਲੇਕਿਨ ਜੋ ਹੋਰ ਮੈਂ ਗੱਲਾਂ ਕਹਿਣਾ ਚਾਹੁੰਦਾ ਸੀ ਉਹ ਇਹ ਕਿ ਗੁਰੂ ਸਾਹਿਬਾਂ ਨੇ ਇੱਕ ਤਾਂ ਬੜੇ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ ਹੈ। ਬੰਗਲਾਦੇਸ਼ ਜਿਹੜਾ ਉਸ ਵੇਲੇ ਬੰਗਾਲ ਸੀ, ਅਸਾਮ ਦੇ ਵਿੱਚ ਗੁਰੂ ਸਾਹਿਬਾਂ ਦੀ ਬੜੀ ਵੱਡੀ ਦੇਣ ਹੈ। ਉੱਥੇ ਨਾਟ ਓਨਲੀ ਸਿਰਫ ਉਹਨਾਂ ਨੇ ਪ੍ਰਚਾਰ ਕੀਤਾ ਹੈ। ਇੱਕ ਵਾਰੀ ਜੋ ਰਾਜਾ ਜੈ ਸਿੰਘ ਸੀ, ਜਾਂ ਕਿਹਾ ਜਾਂਦਾ ਰਾਜਾ ਜੈ ਰਾਮ ਸਿੰਘ ਸੀ, ਉਹਨਾਂ ਦੇ ਲੜਕੇ ਸੀਗੇ, ਔਰੰਗਜ਼ੇਬ ਨੇ ਭੇਜਿਆ ਸੀ ਉਹਨਾਂ ਨੂੰ ਵੀ ਤੁਸੀਂ ਉੱਥੇ ਜਾ ਕੇ ਕਰੋ, ਤੇ ਉਹ ਆਪ ਨਹੀਂ ਸੀ ਜਾ ਸਕਦੇ। ਔਰ ਉਹਨਾਂ ਨੂੰ ਪਤਾ ਸੀ ਕਿ ਗੁਰੂ ਮਹਾਰਾਜ ਦਾ ਜੋ ਉੱਥੇ ਰਸੂਖ ਹੈ ਅਸਾਮ ਦੇ ਵਿੱਚ, ਉਹਦੇ ਨਾਲ ਸ਼ਾਇਦ ਉਹ ਕੁਝ ਹੈਲਪ ਮਿਲ ਜਾਗੇ ਔਰ ਕੁਝ ਸਕਸੈਸਫੁਲ ਹੋ ਸਕੇ। ਔਰ ਉਹ ਵਾਕਈ ਐਸਾ ਹੋਇਆ ਕਿ ਉੱਥੋਂ ਦੇ ਪੁਰਾਣੇ ਜੋ ਬਾਦਸ਼ਾਹ ਸੀਗੇ, ਇੱਕ ਰੋਮ ਕਹਿੰਦੇ ਸੀ ਉਹਨਾਂ ਨੂੰ, ਰੋਮਸ ਸਮ ਬੜੇ ਨਾ ਖਾਸ ਇੱਕ ਕਿਸਮ ਦੀ ਡਾਇਨੈਸਟੀ ਸੀ ਜਿਹੜੇ ਰਾਜ ਕਰਦੇ ਸੀ। ਉਹਨਾਂ ਦੋਵਾਂ ਰਾਜਿਆਂ ਦਾ ਆਪਸ ਬੜਾ ਝਗੜਾ ਸੀ। ਸੋ ਗੁਰੂ ਸਾਹਿਬ ਨੇ ਬਜਾਏ ਇਸ ਦੇ ਕਿ ਫੌਜਾਂ ਲੈ ਕੇ ਲੜਾਈ ਕਰਦੇ, ਬੜੇ ਹੀ ਪਿਆਰ ਨਾਲ ਉਹਨਾਂ ਦੋਵਾਂ ਕੋਲ ਬਿਠਾ ਕੇ ਸਮਝਾ ਕੇ ਉਹਨਾਂ ਨੂੰ ਸਮਝੌਤਾ ਕੀਤਾ ਆਪਸ ਦੇ ਵਿੱਚ, ਉਹਨਾਂ ਦੀ ਬਾਉਂਡਰੀ ਫਿਕਸ ਕੀਤੀ, ਔਰ ਤਾਂ ਕਿ ਦੋ ਰਾਜਿਆਂ ਵਿੱਚ ਹਿੰਦੂ ਰਾਜਿਆਂ ਵਿੱਚ ਲੜਾਈ ਨਾ ਹੋਵੇ। ਸੋ ਇਹੋ ਜਿਹੇ ਕੰਮ ਵੀ ਗੁਰੂ ਸਾਹਿਬ ਨੇ ਬੜੇ ਹੀ ਕਾਬਲੀਅਤ ਨਾਲ ਕੀਤੇ ਨੇ। ਔਰ ਇਹ ਦੱਸਿਆ ਜਾਏ, ਇਹ ਨਾਲ ਸਾਬਿਤ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਬੜੀ ਉੱਚੀ ਸੋਚ ਸੀ। ਔਰ ਸੋ ਇਹ ਗੱਲ ਦਾ ਅਸਰ ਜੋ ਹੈ ਸਿੱਖ ਕੌਮ ਤੇ ਪਿਆ ਹੈ, ਔਰ ਉਹਨਾਂ ਦੇ ਹੁੰਦਿਆਂ ਕਾਫੀ ਵੱਡਾ ਪ੍ਰਚਾਰ ਵੀ ਹੋਇਆ। ਇਸ ਵਾਸਤੇ ਪਾਤਸ਼ਾਹ ਸੀ, ਬਾਕੀ ਉਹ ਪਾਤਸ਼ਾਹ ਸੀ, ਬੜਾ ਉਹਨਾਂ ਦਾ ਰੂਪ ਸੀ। ਸੋ ਥੈਂਕ ਯੂ ਜੀ, ਬਾਕੀ ਜੋ ਸ਼ਹੀਦ ਗੱਲ ਹੈ ਬਾਤ ਕਰਾਂਗੇ। ਹਾਂਜੀ, ਥੈਂਕ ਯੂ। ਤੇ ਇਸੇ ਕਰਕੇ ਉੱਥੇ ਗੁਰਦੁਆਰਾ ਜਿਹੜੀ ਜਗ੍ਹਾ ਉਹ ਫੈਸਲਾ ਹੋਇਆ, ਉੱਥੇ ਸਥਾਨ ਹੈ ਧੂਬੜੀ ਸਾਹਿਬ ਕਰਕੇ ਗੁਰਦੁਆਰਾ ਹੈ ਜੀ। ਹਾਂਜੀ ਧੂਬੜੀ ਸਾਹਿਬ। ਹਾਂਜੀ। ਤੇ ਆਈ ਵਿਲ ਗੋ ਹੇਅਰ। ਡਾਕਟਰ ਮਿਹਰਬਾਨ ਸਿੰਘ ਹੁਣੀ ਹੈਗੇ ਨੇ ਸਾਡੇ ਨਾਲ। ਡਾਕਟਰ ਸਾਹਿਬ ਅਨਮਿਊਟ ਕਰੋ ਆਪਣੇ ਆਪ ਨੂੰ, ਤੁਸੀਂ ਕੋਈ ਐਡ ਕਰਨੀ ਹੋਵੇ ਚੀਜ਼ ਇੱਥੇ ਵਿਚਾਰਾਂ, ਆਪਣੇ ਵਿਚਾਰਾਂ ਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਬਹੁਤ ਸੋਹਣੀਆਂ ਗੁਰੂ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਵੀ ਜਿਹੜੀਆਂ ਨੇ ਭਾਟੀਆ ਸਾਹਿਬ ਨੇ, ਜਿਹੜੀ ਇੱਕ ਬੜੀ ਸਾਖੀ ਜਿਹੜੀ ਆਮ ਤੌਰ ਤੇ ਅਸੀਂ ਨਹੀਂ ਸੁਣਦੇ, ਇਹਨਾਂ ਨੇ ਸੁਣਾਈ ਹੈ। ਤੇ ਇਸ ਤੋਂ ਪਹਿਲੇ ਵੀ ਜਿਹੜੀ ਬੜੀ ਸੋਹਣੀ ਵਿਚਾਰ ਚੱਲਦੀ ਪਈ ਹੈ ਕਿ ਕਿਉਂ ਜਿਹੜੇ ਸੀਗੇ ਉਹ ਜਿਹੜੇ ਸਾਡੇ ਨਕਲੀ ਗੁਰੂ ਆਪਾਂ ਜਿਹਨਾਂ ਨੂੰ ਕਹਿੰਦੇ ਆ, ਉਹ ਕਿਵੇਂ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਨੂੰ ਆਸ ਸੀਗੀ। ਆਪਣੇ ਵੀਰ ਜੀ ਸੁੱਚਾ ਸਿੰਘ ਜੀ ਨੇ ਬੜਾ ਸੋਹਣਾ ਕਿਹਾ ਕਿ ਅਲਟੀਮੇਟਲੀ ਇੱਕ ਦਿਨ ਤੇ ਉਹਨਾਂ ਦਾ ਜਿਹੜਾ ਸੀਗਾ ਪਾਜ ਉਗੜ ਹੀ ਜਾਣਾ ਸੀਗਾ। ਪਰ ਫਿਰ ਵੀ ਜਿਹੜੀ ਇਸ ਗੱਲ ਦੀ ਜਿਹੜੀ ਇਹਨੂੰ ਆਪਾਂ ਨੂੰ ਮੰਨਣਾ ਹੀ ਪਏਗਾ ਕਿ ਕੁਝ ਸਮੇਂ ਲਈ ਉਹਨਾਂ ਨੇ ਇੱਕ ਵਾਰੀ ਜ਼ਰੂਰ ਆਪਣਾ ਪ੍ਰਭਾਵ ਪਾ ਦਿੱਤਾ ਸੀ, ਕਿ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਸੀਗੀ। ਸੋ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਅੱਜ ਕੱਲ ਵੀ ਦੇਖੋ ਹਰ ਕੋਈ ਜਿਹੜਾ ਦੰਭੀ ਗੁਰੂ ਜਿਹੜੇ ਬਣੇ ਹੋਏ ਨੇ, ਤੇ ਜਦ ਕਿ ਗੁਰੂ ਸਾਹਿਬ ਦਾ ਹੁਕਮ ਹੈਗਾ ਕਿ ਸ਼ਬਦ ਗੁਰੂ ਹੈ, ਤੇ ਤਾਂ ਵੀ ਜਿਹੜੇ ਉਹ ਦੇਹਧਾਰੀ ਗੁਰੂ ਨੇ ਉਹ ਆਪਣੇ ਆਪ ਨੂੰ ਜਿਹੜਾ ਪ੍ਰਚਾਰ ਕਰ ਜਾਂਦੇ ਹੈ, ਜਾਂ ਕਿਸੇ ਤਰ੍ਹਾਂ ਮੈਂ ਤੇ ਕਹੂੰਗਾ ਕਿ ਰਾਦਰਾ ਆਪਣੇ ਆਪ ਨੂੰ ਉਹ ਇੱਕ ਕਿਸਮ ਦਾ ਜਿਵੇਂ ਸੇਲ ਕਰ ਜਾਂਦੇ ਹੈ, ਹੈਨਾ, ਤੇ ਲੋਕਾਂ ਨੂੰ ਭਰਮਾ ਜਾਂਦੇ ਹੈ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਤੇ ਸ਼ਬਦ ਗੁਰੂ ਦੇ ਬਾਰੇ ਤੇ ਸਾਨੂੰ ਇੱਕਦਮ ਕਲੀਅਰ ਹੋਣਾ ਚਾਹੀਦਾ ਹੈ ਕਿ ਸਿਰਫ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ, ਔਰ ਨਹੀਂ। ਤੇ ਇੱਕ ਮੈਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਜੇ ਇਜਾਜ਼ਤ ਦਿਓ ਤੇ ਇੱਕ ਸ਼ਬਦ ਮੈਂ ਸੰਖੇਪ ਚ ਪੜ੍ਹ ਦਿਆਂ ਜੀ। ਪੜ੍ਹੋ। ਹਾਂਜੀ। ਸੋਰਠ ਮਹੱਲਾ ਨਾਵਾਂ, ਮਨ ਰੇ ਕਹਿਓ ਨਾ ਗੋਰੋ ਉਪਦੇਸ, ਕਹਾਂ ਭਿਓ ਜੋ ਮੂੰਡ ਮੁੰਡਾਇਓ, ਭਗਵੋ ਕੀਨੋ ਭੇਸ ਰਹਾਓ। ਸਾਚ ਛਾੜ ਕੇ ਝੂਠੈਂ ਲਾਗਿਓ, ਜਨਮ ਅਕਾਰਥ ਖੋਇਓ, ਕਰ ਪ੍ਰਪੰਚ ਉਦਰ ਨਿਜ ਪੋਖਿਓ, ਪਸ਼ੂ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ, ਉਰਜ ਰਹਿਓ ਬਿਖਿਅਨ ਸੰਗ ਬੋਰਾ, ਨਾਮ ਰਤਨ ਬਿਸਰਾਨਾ।
ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਦ ਸਿਰਾਨੀ, ਕਹੋ ਨਾਨਕ ਹਰ ਬਿਰਧ ਪਛਾਨੋ, ਭੂਲੇ ਸਦਾ ਪੁਰਾਣੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ ਫॉर ਸ਼ੇਅਰਿੰਗ। ਗਿਆਨੀ ਸੁੱਚਾ ਸਿੰਘ ਜੀ, ਜਿਵੇਂ ਤੁਸੀਂ ਦੱਸੀ ਹੈ ਇਹ ਗੱਲ ਕਿ ਉਹ ਅੱਜ ਕੱਲ੍ਹ ਜਿਹੜੇ ਬਾਬੇ ਨੇ ਬਣੇ, ਜਿਵੇਂ ਡਾਕਟਰ ਮਿਹਰਬਾਨ ਸਿੰਘ ਨੇ ਵੀ ਕਿਹਾ, ਥਾਂ ਥਾਂ ਤੇ ਬੈਠੇ ਨੇ। ਉਹੀ ਹਾਲਤ ਹੈ ਜੋ ਬਾਈ ਮੰਜੀਆਂ ਕਹਿੰਦੇ ਆ ਐਸਟੈਬਲਿਸ਼ ਹੋਈਆਂ ਸੀ, ਉਹ ਜਿਹੀਆਂ ਚੀਜ਼ਾਂ ਮੁੜ ਹੁੰਦੀਆਂ ਰਹਿੰਦੀਆਂ ਨੇ ਇਹ, ਹੈ ਨੀ। ਪਰ ਇਹ ਬਾਵਜੂਦ ਹੋਣ ਦੇ ਅਸੀਂ ਇਹਨਾਂ ਤੋਂ ਕੁਝ ਸਾਨੂੰ ਸਬਕ ਨਹੀਂ ਜ਼ਾਹਰ ਹੁੰਦਾ ਕਿ ਬਈ ਅਸੀਂ ਇਹ ਚੀਜ਼ਾਂ ਤੋਂ ਕਿਵੇਂ ਆਪਣਾ ਬਚਾਅ ਕਰ ਸਕੀਏ। ਦੇਖੋ ਇਸ ਤਰ੍ਹਾਂ ਜੀ, ਇਹਨੂੰ ਅਸੀਂ ਕਹਿ ਸਕਦੇ ਹਾਂ ਕੌਮ ਦਾ, ਸਿੱਖ ਦਾ ਅਵੇਸਲਾਪਨ। ਹੁਣ ਅਵੇਸਲਾਪਨ ਹੈ ਨਾ ਜੀ, ਉਹ ਖਤਮ ਕਿੱਥੋਂ ਹੋਣਾ ਹੈ ਨਾ, ਉਹ ਦੇਖੋ ਸਿੱਧੀ ਜਿਹੀ ਗੱਲ ਹੈ, ਉਹ ਤੇ ਉਹਦੇ ਵਾਸਤੇ ਇੱਕੋ ਹੀ ਇੱਕ ਸੋਰਸ ਹੈਗਾ, ਗੁਰੂ ਗਿਆਨ ਦਾ, ਗੁਰੂ ਸ਼ਬਦ ਦਾ। ਹੁਣ ਗੁਰੂ ਸ਼ਬਦ ਨੂੰ ਛੱਡ ਕੇ ਤੁਸੀਂ ਦੇਖੋ, ਗੁਰੂ ਸ਼ਬਦ ਦੀ ਮਤਲਬ ਜੇ ਗੁਰੂ ਸ਼ਬਦ ਪੜ੍ਹਨਾ, ਸੁਣਨਾ, ਗਾਉਣਾ, ਇਹ ਇੱਕ ਅੱਡ ਚੀਜ਼ ਹੈ, ਲੇਕਿਨ ਸਭ ਤੋਂ ਉੱਪਰ ਚੀਜ਼ ਹੈਗੀ ਵਿਚਾਰ। ਠੀਕ ਹੈ ਜੀ। ਸੋ ਉਹ ਵਿਚਾਰ ਦੀ ਤੁਸੀਂ ਦੇਖੋ ਕਿ ਗੁਰਬਾਣੀ ਦੀ ਨਿਰੋਲ ਵਿਚਾਰ ਵਾਲੀ ਕਿੰਨੇ ਕੁ ਤੁਹਾਨੂੰ ਪ੍ਰੋਗਰਾਮ ਹੁੰਦੇ ਦਿਸਣਗੇ ਵਰਲਡ ਵਾਈਡ। ਤੁਸੀਂ ਸੋਚ ਕੇ ਦੇਖ ਲਓ, ਕਿਤੇ ਵੀ ਮਤਲਬ ਸਿੱਖਾਂ ਦੇ ਵਿੱਚ ਓਵਰਆਲ ਗੁਰਬਾਣੀ ਦੀ ਵਿਚਾਰ ਦੇ ਪ੍ਰੋਗਰਾਮ ਬਹੁਤ ਘੱਟ ਹੈ। ਇਸ ਵਾਸਤੇ ਮੇਰਾ ਖਿਆਲ ਇਹ ਜਿਹੜੀ ਸਾਰੀ ਦੀ ਸਾਰੀ ਗਿਰਾਵਟ ਆ ਰਹੀ ਹੈ। ਤੁਸੀਂ ਦੇਖੋ ਹਰ ਗੁਰਦੁਆਰਿਆਂ ਦਾ ਜਿਹੜਾ ਸਿਲਸਿਲਾ ਹੈ, ਗੁਰਦੁਆਰਿਆਂ ਦੇ ਵਿੱਚ ਪ੍ਰਚਾਰਕ ਜਾਂ ਕੋਈ ਬੜੇ ਤੋਂ ਬੜਾ ਸੋ ਕਾਰਡ ਗੁਰਸੇ, ਜਿਹਨੂੰ ਵੱਡਾ ਤੇ ਛੋਟਾ ਇੱਕੋ ਹੀ ਗੱਲ ਹੁੰਦੀ ਹੈ, ਜਿਹੜਾ ਨਾਮੀ ਗ੍ਰਾਮੀ ਕੋਈ ਪ੍ਰਚਾਰਕ ਹੁੰਦਾ ਉਹਨੂੰ ਕਥਾ ਕਰਨ ਲਾਉਂਦੇ ਆ ਕਿ ਜੀ ਫਲਾਣੇ ਸ਼ਬਦ, ਇੱਕ ਫਲਾਣੇ ਭਾਈ ਸਾਹਿਬ ਜੀ ਇੱਕ ਸ਼ਬਦ ਦੀ ਜੀ 1 ਘੰਟੇ ਵਾਸਤੇ ਵਿਚਾਰ ਕਰਨਗੇ। ਹੁਣ 1 ਘੰਟੇ ਦੀ ਵਿਚਾਰ ਦੇ ਵਿੱਚ ਉਹਨਾਂ ਦੇ ਵਿੱਚ ਦੇਖੋ ਗੁਰੂ ਦੇ ਉਪਦੇਸ਼ ਨੂੰ ਸਮਝਾਉਣ ਦੇ ਵਾਸਤੇ ਉਹ ਐਗਜ਼ਾਮਪਲਸ ਕਿੱਥੋਂ ਯੂਜ਼ ਕਰਦੇ ਆ, ਜਾਂ ਤਾਂ ਫਿਰ ਡਾਕਟਰ ਇਕਬਾਲ ਨੂੰ ਯੂਜ਼ ਕਰ ਲੈਂਦੇ ਆ, ਸ਼ੇਖ ਸਾਦੀ ਨੂੰ ਯੂਜ਼ ਕਰਦੇ ਆ, ਭਾਈ ਵੀਰ ਸਿੰਘ ਦੀ ਵਿੱਚ ਲੈ ਆਉਂਦੇ ਆ, ਇੱਥੋਂ ਤੱਕ ਕਿ ਲੋਕ ਸ਼ਿਵ ਕੁਮਾਰ ਬਟਾਲਵੀ ਦੀਆਂ ਗਾਣੇ ਵੀ ਵਿੱਚ ਲੈ ਆਉਂਦੇ, ਉਹਨੂੰ ਗੁਰੂ ਦੇ ਸ਼ਬਦ ਦੀ ਵਿਆਖਿਆ ਕਰ ਰਹੇ ਹੁੰਦੇ ਆ, ਤੇ ਲੇਕਿਨ ਉਹਨੂੰ ਪ੍ਰੂਵ ਕਰਨ ਦੇ ਵਾਸਤੇ ਇਹਨਾਂ ਆਸੇ ਪਾਸਿਆਂ ਤੋਂ ਜਿਹੜੇ ਉਹ ਕਹਾਣੀਆਂ ਲੈ ਕੇ ਆਉਂਦੇ ਆ। ਠੀਕ ਹੈ ਜੀ। ਹੁਣ ਇਹ ਜਿਹੜਾ ਸਿਸਟਮ ਹੈ, ਇਹ ਸਿਸਟਮ ਬਹੁਤ ਘਟੀਆ ਕਿਸਮ ਦਾ ਸਿਸਟਮ ਹੈ ਕਿ ਗੁਰਬਾਣੀ ਦੀ ਵਿਚਾਰ ਦੇ ਨਾਲ ਹੋਰ ਕਿਸੇ ਚੀਜ਼ ਨੂੰ ਤਾਂ ਤੁਸੀਂ ਕਨੈਕਟ ਕਰ ਸਕਦੇ ਆ, ਲੇਕਿਨ ਗੁਰਬਾਣੀ ਨੂੰ ਸਮਝਾਉਣ ਦੇ ਵਾਸਤੇ ਉਹਨਾਂ ਦੀ ਐਗਜ਼ਾਮਪਲਸ ਦੀ ਲੋੜ ਨਹੀਂ ਹੁੰਦੀ। ਇਸ ਚੀਜ਼ ਦੀ ਜਿਹੜੀ ਘਾਟ ਨੇ ਸਾਨੂੰ ਸਮਝ ਨਹੀਂ ਕਦੇ ਵੀ ਲੱਗਣ ਦਿੱਤੀ ਕਿ ਗੁਰੂ ਹੈ ਕੀ ਹੈ। ਗੁਰੂ ਸਾਡੇ ਕੋਲ ਹੈਗਾ ਗੁਰੂ ਗਿਆਨ, ਗੁਰੂ ਨਾਮ, ਗੁਰੂ ਗਿਆਨ, ਗੁਰੂ ਆਤਮਿਕ ਦਾਤਾ ਹੈ। ਸੋ ਉਸ ਚੀਜ਼ ਦੀ ਘਾਟ ਨੇ ਸਾਨੂੰ ਇੱਥੋਂ ਤੱਕ ਲੈ ਗਿਆ ਕਿ ਜੋ ਕੁਝ ਪ੍ਰਚਾਰਕ ਕਹਿ ਰਿਹਾ, ਜਾਂ ਜੋ ਕੁਝ ਵੀ ਬਾਬਾ ਜੀ ਕਹਿ ਰਹੇ, ਜਾਂ ਮਹਾਰਾਜ ਜੀ ਕਹਿ ਰਹੇ, ਜਾਂ ਸੰਤ ਜੀ ਕਹਿ ਰਹੇ ਆ, ਅਸੀਂ ਉਹਨਾਂ ਦੇ ਪਿੱਛੇ ਤੁਰ ਪੈਨੇ, ਉਹਨਾਂ ਦੀ ਗੱਲ ਸੁਣਨ ਲੱਗ ਪੈਨੇ। ਕਿ ਦੇਖੋ ਇੱਕ ਚੀਜ਼ ਇਹ ਵੀ ਮੈਂ ਦੇਖਦਾ, ਜਦੋਂ ਵਿਆਖਿਆ ਹੁੰਦੀ ਹੈ ਉਸ ਵੇਲੇ ਇਹੋ ਹੀ ਲੋਕ ਸਾਡੇ ਵਰਗੇ ਪਿੱਛੇ ਆਉਂਦੇ ਆ ਤੇ ਅਸੀਂ ਕਹਿੰਦੇ ਕਿ ਗੁਰੂ ਮਹਾਰਾਜ ਐਂ ਕਹਿੰਦੇ ਆ। ਉਹ ਗੁਰੂ ਮਹਾਰਾਜ ਐਂ ਨਹੀਂ ਕਹਿੰਦੇ ਹੁੰਦੇ। ਗੁਰੂ ਮਹਾਰਾਜ ਦੀ ਸਮਝ ਮੈਨੂੰ ਲੱਗ ਰਹੀ ਜਿਸ ਤਰ੍ਹਾਂ ਮੈਂ ਉਹ ਕਹਿ ਰਿਹਾ, ਅਸਲ 'ਚ ਗੁਰੂ ਮਹਾਰਾਜ ਨੇ ਥੋੜੀ ਇੰਝ ਕਿਹਾ ਹੁੰਦਾ, ਰਾਈਟ। ਜਿਹੜੀ ਮੈਨੂੰ ਸਮਝ ਲੱਗ ਰਹੀ ਹੈ ਮੈਂ ਲੋਕਾਂ ਦੇ ਉੱਪਰ ਥੋਪ ਦਿੰਦਾ ਕਿ ਗੁਰੂ ਮਹਾਰਾਜ ਐਂ ਕਹਿ ਰਹੇ। ਇਸੇ ਵਾਸਤੇ ਤੁਸੀਂ ਦੇਖਦੇ ਹੋ ਕਿ ਜਿੰਨੀਆਂ ਵੀ ਵਿਆਖਿਆਵਾਂ ਪ੍ਰਣਾਲੀਆਂ ਜਿਹੜੀਆਂ ਚੱਲਦੀਆਂ ਆਉਂਦੀਆਂ, ਉਹ ਜਿਹੜਾ ਪੁਰਾਤਨ ਜਿਹੜਾ ਸਭ ਤੋਂ ਟੀਕਾ ਮੰਨਦੇ ਆ ਫਰੀਦਕੋਟੀ ਟੀਕਾ, ਉਹਦੇ ਵਿੱਚ ਹੋਰ ਕੁਛ ਗੱਲ, ਉਸ ਤੋਂ ਅਗਾਂਹ ਹੋਰ ਕੁਛ ਭਾਈ ਵੀਰ ਸਿੰਘ ਦੀਆਂ ਗੱਲਾਂ, ਕੁਛ ਹੋਰ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਉਹਦੇ ਨਾਲੋਂ ਕਾਫੀ ਸਾਰੇ ਡਿਫਰੈਂਟ ਹੋ ਜਾਂਦੀਆਂ। ਤੇ ਫਿਰ ਇਸ ਲਈ ਇੰਗਲਿਸ਼ ਦੀ ਗੱਲ ਆਉਂਦੀ ਹੈ, ਇੰਗਲਿਸ਼ ਟ੍ਰਾਂਸਲੇਸ਼ਨ, ਉਹਦੇ ਵਿੱਚ ਤਾਂ ਤੁਸੀਂ ਕੁਛ ਸਮਝ ਹੀ ਨਹੀਂ ਸਕਦੇ ਕਿ ਕਹਿਣ ਕੀ ਡਏ ਉਹ ਲੋਕ, ਉਹ ਲਿਟਰਲ ਮੀਨਿੰਗ ਜਾਂ ਕਰਕੇ ਚਲੇ ਜਾਂਦੇ ਆ। ਤੇ ਜਿਹਨੂੰ ਕਹਿੰਦੇ ਹਰ ਕੋਈ ਬੰਦਾ ਇਹੀ ਕਹਿੰਦਾ ਕਿ ਗੁਰੂ ਸੈਡ ਦੈਟ, ਗੁਰੂ ਜੀ ਸੈਡ ਦੈਟ, ਗੁਰੂ ਜੀ ਆਹ ਕਹਿ ਰਹੇ, ਗੁਰੂ ਜੀ ਤੁਹਾਨੂੰ ਆਹ ਉਪਦੇਸ਼ ਕਰ ਰਹੇ। ਨਹੀਂ, ਗੁਰੂ ਜੀ ਦਾ ਉਪਦੇਸ਼ ਨਹੀਂ ਹੁੰਦਾ। ਇਸ ਵਾਸਤੇ ਜਿਹੜੀ ਮੁੱਕਦੀ ਗੱਲ ਇਹ ਹੈ ਜੀ ਕਿ ਗੁਰੂ ਦਾ ਅਸਲ ਦੇ ਵਿੱਚ ਉਪਦੇਸ਼ ਜਿਹੜਾ ਉਹਦੀ ਬਾਣੀ ਦੇ ਵਿੱਚ ਹੁੰਦਾ ਹੈ, ਤੇ ਬਾਣੀ ਦੀ ਗੱਲ ਜ਼ਿਆਦਾ ਹੋਣੀ ਚਾਹੀਦੀ ਹੈ, ਬਾਣੀ ਦੀ ਵਿਆਖਿਆ ਹੋਣੀ ਚਾਹੀਦੀ ਹੈ। ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੁਸੀਂ ਦੇਖੋ, ਮੈਂ ਸ਼ਾਰਟ ਦੇ ਵਿੱਚ ਗੱਲ ਕਰਕੇ ਮੁਕਾਉਣਾ, ਮੁੜ ਕੇ ਫਿਰ ਵੀ ਆਵਾਂਗੇ ਇਸ ਪਾਸੇ, ਕਿ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਅੰਦਰ, ਉਹ ਗੁਰੂ ਮਹਾਰਾਜ ਜੀ ਨੇ ਆਪਣੇ ਮਨ ਨੂੰ ਐਡਰੈਸ ਕਰਕੇ ਗੱਲ ਕੀਤੀ ਹੈ, ਇੰਟਰੋਵਰਟ ਹੋ ਕੇ ਕੀਤੀ ਹੈ। ਇਹ ਗੁਰੂ ਤੇਗ ਬਹਾਦਰ ਜੀ ਦੀ ਇਹ ਖਾਸੀਅਤ ਹੈ। ਇਹਨਾਂ ਦੀ ਬਾਣੀ ਦੇ ਵਿੱਚ ਹੀ ਸਾਨੂੰ ਸਭ ਤੋਂ ਜ਼ਿਆਦਾ ਇਹ ਗੱਲ ਮਿਲਦੀ ਹੈ
ਜਿੱਥੇ ਮਨ ਦੇ ਨਾਲ ਗੱਲ ਕੀਤੀ ਹੈ। ਜਿਸ ਤਰ੍ਹਾਂ ਡਾਕਟਰ ਵਾਸੂ ਹੋਰਾਂ ਨੇ ਪਹਿਲਾਂ ਜਿਹੜਾ ਸ਼ਬਦ ਪੜ੍ਹਿਆ ਸੀਗਾ, ਮਾਈ ਮਨ ਮੇਰੋ ਬਸ ਨਾਹੀਂ। ਸੋ ਇਸ ਤਰ੍ਹਾਂ ਦੇ ਅਨੇਕਾਂ ਹੀ ਸ਼ਬਦ, ਅਨੇਕਾਂ ਹੀ। ਗੌੜੀ ਰਾਗ ਦੇ ਵਿੱਚੋਂ ਉਹਨਾਂ ਦੀ ਬਾਣੀ ਸ਼ੁਰੂ ਹੁੰਦੀ ਸੀ, ਰਾਗ ਬਾਣੀ ਕੋਈ ਨਹੀਂ, ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਰਚਨਾ ਰਾਮ ਬਣਾਈ। ਇਸ ਤਰ੍ਹਾਂ ਦੇ ਸ਼ਬਦ, ਸਾਧੋ ਇਹ ਮਨ ਕਹਿਓ ਨਾ ਜਾਈ, ਹੈ ਜੀ। ਤੋ ਇਹ ਜਾਣੀ ਇਸ ਤਰ੍ਹਾਂ ਦੇ ਜਿਹੜੇ ਬਚਨ ਹੈ, ਤਾਂ ਉਹ ਤੇ ਹੈਗਾ ਕਿ ਸਾਡੇ ਜੀਵਨ ਨੂੰ ਸਾਧਨ ਦੇ ਵਾਸਤੇ ਇਹ ਭਲਿਓ, ਇਹ ਸਾਧ ਲੋਕੋ, ਇਹ ਬੰਦਿਓ, ਇਹ ਵੀਰੇ ਭੈਣ ਭਰਾ, ਮਾਈ ਵੀ ਉਹਦੇ ਵਿੱਚ ਆਉਂਦਾ। ਆਪਣੀ ਮਾਈ ਦੇ ਵਾਸਤੇ ਕੋਈ ਨਹੀਂ ਸ਼ਬਦ ਹੈਗਾ, ਉਹ ਜਿਸ ਤਰ੍ਹਾਂ ਸਾਧੂ ਹੈ ਉਸੇ ਤਰ੍ਹਾਂ ਮਾਈ ਸ਼ਬਦ ਛਪਾਉਂਦਾ ਜਿਹੜਾ। ਤੋ ਉਸੇ ਤਰ੍ਹਾਂ ਜਿਹੜਾ ਉਹ ਸਾਨੂੰ ਐਡਰੈਸ ਕਰਕੇ, ਜਿਹੜਾ ਲੁਕਾਈ ਨੂੰ ਐਡਰੈਸ ਕਰਕੇ ਕਿਉਂ ਸਮਝਾ ਰਿਹਾ, ਕੋ ਮਾਈ ਭੁੱਲਿਓ ਮਨ ਸਮਝਾਵੇ, ਵੇਦ ਪੁਰਾਣ ਸਾਧ ਮਗ ਸੁਣ ਕਰ, ਨਿਮਖਨਾ ਹਰ ਗੁਣ ਗਾਵੇ। ਠੀਕ ਹੈ ਜੀ। ਤਾਂ ਹੁਣ ਸਾਧੂ ਰੂਪੀ ਗੁਰੂ ਦੇ ਬਚਨ ਸੁਣੇ, ਲੇਕਿਨ ਹਰੀ ਪ੍ਰਮਾਤਮਾ ਦੇ ਨਾਲ ਫਿਰ ਵੀ ਕੋਈ ਸੰਬੰਧ ਨਹੀਂ ਬਣਾਇਆ। ਤਾਂ ਇਹ ਜਿਹੜੀ ਬਾਣੀ ਦਾ ਗੁਰੂ ਮਹਾਰਾਜ ਜੀ ਦਾ ਲਿਖਣ ਦਾ ਸਿਸਟਮ ਹੈ, ਇਹਨੂੰ ਸਮਝਣਾ ਚਾਹੀਦਾ ਸੀ ਸਾਨੂੰ, ਤੇ ਇਹਦੇ ਵਿੱਚੋਂ ਜਿਹੜਾ ਸਾਨੂੰ ਅਸਲ ਦੇ ਜੀਵਨ ਦਾ ਜਿਹੜਾ ਰਸਤਾ ਮਿਲਣਾ ਸੀ। ਪ੍ਰੋਬਲਮ ਜਿਹੜੀ ਆਈ ਹੈ, ਸੰਤ ਤਾਈ ਦੇ ਮਗਰ ਅਸੀਂ ਲੱਗੇ ਹਾਂ, ਉਹ ਇਸੇ ਕਰਕੇ ਲੱਗੇ ਕਿਉਂਕਿ ਅਸਲ ਦੇ ਵਿੱਚ ਗੁਰੂ ਦੀ ਪਹਿਚਾਣ ਸਾਡੇ ਕੋਲੋਂ ਨਹੀਂ ਹੋਈ। ਈਵਨ ਦੋ ਸਾਡੇ ਸਾਹਮਣੇ ਇਹ ਪ੍ਰਾਈਮ ਐਗਜ਼ਾਮਪਲ ਸੀ ਕਿ ਮੱਖਣ ਸ਼ਾਹ ਲਵਾਣੇ ਦੇ ਰਾਹੀਂ ਗੁਰੂ ਮਹਾਰਾਜ ਨੂੰ ਵੀ ਲੱਭਿਆ ਗਿਆ ਸੀ ਉਸ ਵੇਲੇ। ਥੈਂਕ ਯੂ ਗਿਆਨੀ ਜੀ। ਜਿਵੇਂ ਤੁਸੀਂ ਗੱਲ ਸਹੀ ਕਹੀ ਹੈ ਕਿ ਬਈ ਗੁਰਬਾਣੀ ਦੀ ਜਿਹੜੀ ਵਿਆਖਿਆ ਗੁਰਬਾਣੀ ਦੇ ਵਿੱਚੋਂ ਹੀ ਹੋਣੀ ਚਾਹੀਦੀ ਹੈ। ਦੇਖੋ ਹੁਣ ਅਸੀਂ ਕਹਿੰਦੇ ਹਾਂ ਆਮ ਤੌਰ ਤੇ ਬਈ ਦੇਖੋ ਮੂਲ ਮੰਤਰ ਜਿਹੜਾ ਸਾਡੀ ਬੇਸਿਕ ਫਿਲਾਸਫੀ ਹੈ, ਮੂਲ ਮੰਤਰ ਦੀ ਜਿਹੜੀ ਵਿਆਖਿਆ ਹੈਗੀ ਆ ਉਹ ਗੁਰੂ ਗ੍ਰੰਥ ਆਪਣੇ ਜਪਜੀ ਸਾਹਿਬ ਦੇ ਰਾਹੀਂ ਹੈ, ਤੇ ਜਪਜੀ ਸਾਹਿਬ ਦੀ ਵਿਆਖਿਆ ਬਾਕੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਮ ਤੌਰ ਤੇ ਉਹ ਕਿਹਾ ਜਾਂਦਾ ਹੈ ਜੀ। ਭਾਵ ਕਹਿਣ ਦਾ ਇਹ ਕਿ ਬਈ ਸਾਡੇ ਲਈ ਐਕਸਪਲੇਨ ਕਰਨ ਲਈ ਸਾਨੂੰ ਇਹ ਜਿਹੜੇ ਸਾਡੇ ਸਿਧਾਂਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਸਾਲਾਂ ਲੈਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਯੂਜ਼ ਕਰਕੇ ਸਿੱਖਣਾ ਚਾਹੀਦਾ, ਨਾ ਕਿ ਬਾਹਰਲੇ ਬੰਦਿਆਂ ਨੂੰ ਲੈ ਕੇ ਆਈਏ। ਸਗੋਂ ਕਿ ਬਾਹਰਲੇ ਬੰਦੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਂਦੇ ਆ, ਅਸੀਂ ਬਾਹਰਲੇ ਬੰਦਿਆਂ ਨੂੰ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਕੋਸ਼ਿਸ਼ ਕਰਦੇ। ਇਸੇ ਕਰਕੇ ਸਾਡੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਨੇ। ਬਈ ਇਹ ਕੌਣ ਆ ਜੀ, ਨਿਰਮਲਿਆਂ ਨੇ ਆਹ ਗੱਲ ਕਹੀ ਆ, ਵੇਦਾਂ ਨੇ ਆਹ ਗੱਲ ਕਹੀ, ਉਹ ਸਾਡਾ ਉਹਨਾਂ ਨਾਲ ਕੀਤਾ ਲਿਖਿਆ। ਸਾਨੂੰ ਤਾਂ ਲੋੜ ਹੈਗੀ ਆ ਸਾਡੀ ਜਿਹੜੀ ਆਪਣੀ ਪ੍ਰਮੁੱਖ ਹੈਗੀ ਹੈ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ, ਉਹਦੇ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਜੀ। ਇੱਕ ਜਿਹੜੀ ਨਾ ਜੀ ਪ੍ਰੋਬਲਮ ਹੁੰਦੀ ਹੈ ਕਿ ਜਿਹੜਾ ਅਸੀਂ ਗੁਰਬਾਣੀ ਨੂੰ ਵੀ ਜਦੋਂ ਅਸੀਂ ਸਮਝਦੇ ਹਾਂ, ਜਦੋਂ ਆਪਣੇ ਆਪ ਨਹੀਂ ਸਮਝਦੇ, ਤੇ ਅਸੀਂ ਜਿੰਨੇ ਵੀ ਵਿਆਖਿਆਕਾਰ ਹੋਣਗੇ ਉਹਨਾਂ ਦੀ ਜੇ ਬੈਕਗਰਾਉਂਡ ਦੇਖਦੇ ਹੋ, ਪਿੱਛੋਂ ਚੱਲ ਕੇ ਦੇਖ ਲਓ, ਜਾਣੀ ਜਿਹੜੀ ਫਰੀਦਕੋਟ ਟੀਕਾ ਮੈਂ ਕਿਹਾ ਸੀਗਾ ਕਿ ਪੁਰਾਤਨ ਟੀਕਾ ਉਹੀ ਹੈ, ਸਭ ਤੋਂ ਪਹਿਲਾ ਟੀਕਾ ਉਹ ਮਿਲਦਾ ਹੈ। ਜੇ ਉਹਨਾਂ ਦੀ ਬੈਕਗਰਾਉਂਡ ਤੋਂ ਤੁਸੀਂ ਦੇਖਦੇ ਹੋ ਤੇ ਉਹ ਚੱਲਦੇ ਆਉਂਦੇ, ਉਹ ਨਿਰਮਲੇ ਪਰੰਪਰਾ ਦੇ ਵਿੱਚੋਂ ਚੱਲਦੇ ਆਉਂਦੇ ਆ। ਨਿਰਮਲੇ ਪਰੰਪਰਾ ਜਿਹੜੇ ਵੈਦਿਕ ਧਰਮ ਨੂੰ ਮੰਨਦੇ ਆ, ਤੇ ਉਹਨਾਂ ਨੇ ਜਿਸ ਚੀਜ਼ ਦੀ ਉਹਨਾਂ ਦੀ ਐਕਸਪਰਟੀਜ਼ ਆ, ਉਹਨਾਂ ਦੀ ਗਲਤੀ ਕੋਈ ਨਹੀਂ ਅਸੀਂ ਕਹਿ ਸਕਦੇ, ਐਕਸਪਰਟੀਜ਼ ਉਹਨਾਂ ਦੀ ਇਹ ਹੈ, ਉਹਨਾਂ ਦੀ ਵੈਦਿਕ ਧਰਮ ਦੀ ਐਕਸਪਰਟੀਜ਼ ਹੈ, ਤੇ ਉਹਨਾਂ ਨੇ ਵੈਦਿਕ ਧਰਮ ਦੇ ਥਰੂ ਹੀ ਗੁਰੂ ਗ੍ਰੰਥ ਸਾਹਿਬ ਨੂੰ ਦੇਖਣਾ ਸੀ। ਇਹ ਓਬਵੀਅਸ ਹੈਗਾ, ਤੇ ਉਹਦੇ ਵਿੱਚੋਂ ਦੇਖ ਕੇ ਉਹਨਾਂ ਨੇ ਵਿਆਖਿਆ ਕੀਤੀ। ਉਸ ਤੋਂ ਬਾਅਦ ਜਿੰਨੀਆਂ ਵਿਆਖਿਆਵਾਂ ਹੋਈਆਂ ਉਹ ਉਹਨੂੰ ਦੇਖ ਕੇ ਹੋ ਗਈਆਂ। ਪ੍ਰੋਫੈਸਰ ਸਾਹਿਬ ਸਿੰਘ ਨੇ ਥੋੜਾ ਜਿਹਾ ਡਿਫਰੈਂਟ ਕੰਮ ਕੀਤਾ ਕਿਉਂਕਿ ਲਿੰਗੁਇਸਟਿਕ ਸੀਗੇ, ਠੀਕ ਹੈ ਜੀ, ਉਹਨਾਂ ਨੂੰ ਲੈਂਗੁਏਜ ਦੀ ਮਹਾਰਤ ਸੀਗੀ, ਤੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਡਿਫਰੈਂਟ ਤਰੀਕੇ ਦੇ ਨਾਲ ਕੀਤਾ। ਤਾਂ ਉਹ ਸੋ ਫਾਰ ਜਿਹੜੀ ਆਥੈਂਟਿਕ ਉਹ ਹੈਗੀ, ਸੋ ਫਾਰ ਅਸੀਂ ਕਹਿ ਸਕਦੇ ਹਾਂ, ਲੇਕਿਨ ਹੁਣ ਤਾਈਆਂ ਉਹਦੇ ਵਿੱਚ ਵੀ ਕਾਫੀ ਹੈਗੀਆਂ। ਸੋ ਜਿਹੜੀ ਹਰ ਇੱਕ ਚੀਜ਼ ਹੈ ਜਿਹੜੀ ਗੁਰਬਾਣੀ ਦੇ ਵਿੱਚ, ਜਿਸ ਕਦੇ ਵੇਦ ਸ਼ਾਸਤਰਾਂ ਦੀ ਵੀ ਗੱਲ ਆਉਂਦੀ ਹੈ, ਉਹ ਉਹਨਾਂ ਵੇਦ ਸ਼ਾਸਤਰਾਂ ਦੀ ਗੱਲ ਨਹੀਂ ਹੈ। ਗੁਰੂ ਮਹਾਰਾਜ ਉਹਨਾਂ ਦਾ ਹਵਾਲਾ ਦੇ ਸਕਦੇ ਆ, ਲੇਕਿਨ ਉਹਦੇ ਵਿੱਚੋਂ ਕੋਈ ਸਿੱਖਿਆ ਨਹੀਂ ਲੈ ਰਹੇ। ਗੁਰੂ ਮਹਾਰਾਜ ਦਾ ਆਪਣਾ ਇੱਕ ਸਿਸਟਮ ਹੈਗਾ, ਗੁਰੂ ਮਹਾਰਾਜ ਦੀ ਆਪਣੀ ਇੱਕ ਸਪਿਰਿਚੁਅਲਿਟੀ ਹੈ, ਉਸ ਨੂੰ ਗੁਰੂ ਮਹਾਰਾਜ ਜੀ ਆਪਣੇ ਤਰੀਕੇ ਦੇ ਨਾਲ ਕਨਵੇ ਕਰਦੇ ਆ, ਆਪਣੇ ਤਰੀਕੇ ਦੇ ਨਾਲ। ਚਲੋ ਖੈਰ ਫਿਰ ਕਰ ਲਾਂਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਹਰਵੀਰ, ਆਮ ਕਮਿੰਗ ਟੂ ਯੂ ਨਾਓ, ਪਲੀਜ਼ ਅਨਮਿਊਟ ਯੋਰਸੈਲਫ। You have grown up here, huh? Hanji. Welcome. You have grown up here, and you've gone through government school camp, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੋਂ ਗੁਰਦੁਆਰਿਆਂ ਦਾ ਤਾਲੁਕ ਹੈ, ਉਹਦੇ ਵਿੱਚ ਬਸ ਘੰਟਾ ਲੱਗ ਜਾਂਦਾ ਇੱਕ ਗੱਲ ਨੂੰ ਵਿਚਾਰ ਕਰਨ ਦੇ, ਜਿਹੜੀ ਗੱਲ ਕਿ 10 ਮਿੰਟਾਂ ਕਹੀਆਂ ਜਾ ਸਕਦੀਆਂ ਨੇ। What is your opinion about this? ਕਿ ਵੀ ਕਿਸ ਹਿਸਾਬ ਨਾਲ ਇਹ ਇਫੈਕਟਿਵ ਚੀਜ਼ਾਂ ਹੋਣ, ਬਜਾਏ ਕਿ ਸਾਰਾ ਦਿਨ ਗੁਰਦੁਆਰੇ ਦੇ ਵਿੱਚ ਨਿਕਲ ਜੇ? Uncle, that's a good question. The thing is that I kind of, and again, I just want to make sure this is obviously said with a learner's mindset, that I use always Sikhi's basics as a guide. And so like whenever I hear things in the Gurdwara, I'm always thinking, okay, how does this line up with the rule book? And to me, I call the rule book the guidebook, which is Guru Granth Sahib.
And when I think of, people and they give gathas and stuff, half the time I can't relate to them because they're not relatable stories and it's not a conversation. And so, but I feel it's really important that I make an extra effort to do things at the Gurdwara, with the Gurdwara, because that is a central institution where I get most of my Sikh engagement with. Now, when it comes to concepts like Satguru, concepts of people that are learned, I constantly battle this subject because when you live around different parts of the world, you're inundated with not only our own tradition, but other traditions, and trying to make sense of our tradition in the context of the global, community, which is you're surrounded by, other traditions like Hinduism, Buddhism, and they're all true as well in their way. So if that's the case, that they can't be wrong about their need for their exploration or way of believing in their a certain process, which is again Guru. So I think of it like this, Uncle, and everybody else, and please, I hope I'm not completely off tangent on what you're asking me, but I think of it this way, that Satguru is really your ultimate of everything. I think of Satguru as the Guru's Satguru, which is to me Vaheguru. But I do believe there are people who have wisdom and what's the right word? Skills. Maybe I'll call it skills and capabilities that can provide some greater insights into situations. And I say it this way with being very careful, because we talk about palm readers, we talk about this and that, but I've met very gifted people in my life who are truly gifted with some kind of trait or some kind of I say gift because they're truly people who are not here to abuse the system and abuse the world. But then how do I align that, knowing that Guru Granth Sahib says, or that our gurus teach us, that there is nobody but Guru and then Satguru. So the way I look at it is that as Sikhs, we're meant to constantly, critically analyze the world around us and our actions and our teachings to ensure that we're always being mindful of our decisions. Not that I have to negate other people's, capabilities or guidance. And then that's where I think this thing you mentioned, I think somebody mentioned it about these datas and these kind of babbe. Well, the reason is because they cannot find ways to connect in Gurdwara. So they're going to places that they can't engage in. So I don't blame them. And we make our Guru Granth Sahib so untouchable that people are like, oh my God, I messed it up. So therefore it's something that I'm not supposed to engage with, and I need somebody more superior to engage with it. So they go to these places to get insights and, I won't say enlightenment, but guidance, right? And then you get hooked, because now you're hooked. So I just come back and say that we have to stay connected to Gurdwaras, but I don't blame these guys for not being able to, connect with other places. Thank you. I hope I was online. Yeah, thank you for sharing your views, Harveer. Appreciate that. Yani Dharm Singh ji, back to you. ਕਿ ਬਈ ਹੁਣ ਜਿਹੜੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਇਹ ਰਿਵਾਜ ਹੈ ਕਥਾ ਕਰਨੀ ਸ਼ੁਰੂ ਕਰ ਦਿੰਦੇ ਆ, ਫਿਰ ਬਸ ਚੱਲ ਬਸ ਚੱਲੀ ਜਾਂਦੀ ਹੈ ਗੱਲ। ਉਹ ਗੱਲ ਜਿਹੜੀ 5-7 ਮਿੰਟਾਂ ਸਮਝਾ ਦੇਣੀ ਹੁੰਦੀ ਹੈ, ਉਹ ਤੇ ਬਹੁਤ ਟਾਈਮ ਲੱਗ ਜਾਂਦਾ ਹੈਗਾ। ਇਹਦਾ ਕੋਈ ਇਲਾਜ ਹੈ? ਅਸਲ 'ਚ ਡਾਕਟਰ ਸਾਹਿਬ ਜੀ ਗੱਲ ਇਹ ਆ ਕਿ ਗੱਲ ਤੇ ਜਿਹੜੀ ਆ ਉਹ ਥੋੜੇ ਜਿਹੇ ਅੱਖਰਾਂ 'ਚ ਜੇ ਬੰਦੇ ਨੇ ਸਮਝਣੀ, ਉਹਨੇ ਸਮਝ ਸਕਦਾ। ਹੁਣ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿਹੜੀ ਗੱਲ ਪਿੱਛੇ ਰਹਿ ਗਈ? ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਕੁਛ ਵੀ ਨਹੀਂ ਰਹਿੰਦਾ ਪਿੱਛੇ ਜਿਹਦੀ ਜੇ ਸਮਝਣ ਵਾਲਾ। ਤੇ ਗੱਲ ਇਹ ਹੁੰਦੀ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਹੁਣ ਸ਼ਬਦ ਦੀ ਜਦੋਂ ਵਿਆਖਿਆ ਕਰਨੀ ਆ, ਤੇ ਉਹਨੂੰ ਫਿਰ ਕਿਉਂਕਿ ਸੰਗਤ ਦੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਸੰਗਤ 'ਚ ਬੈਠੇ ਹੁੰਦੇ ਨੇ। ਕੁਛ ਬੜੇ ਸਿਆਣੇ ਹੁੰਦੇ ਨੇ ਜਿਹੜੇ ਇਸ਼ਾਰਿਆਂ ਨੂੰ ਵੀ ਸਮਝ ਲੈਂਦੇ ਨੇ,
ਕੁਝ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਤੇ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਜਿਹੜੀ ਉਹ ਵੀ ਫਿਰ ਖੋਲ ਕੇ ਸਮਝਾਉਣ ਦੀ ਲੋੜ ਹੁੰਦੀ ਆ। ਬਾਕੀ ਜਿਹੜਾ ਮੈਂ ਸਮਝਦਾ ਆ ਕਿ ਜਿਹੜਾ ਗੁਰੂ ਘਰ ਦਾ ਦੀਵਾਨ ਦਾ ਹੁੰਦਾ ਆ, ਭਾਵੇਂ ਕੀਰਤਨ ਹੋਵੇ, ਕਥਾ ਹੋਵੇ, ਉਹ ਸਾਡਾ ਇੱਕ ਤੇ ਪਹਿਲੀ ਗੱਲ ਤੇ ਸਿੱਖਣ ਵਾਸਤੇ ਆ ਕਿ ਗੁਰੂ ਜੀ ਸਾਨੂੰ ਉਪਦੇਸ਼ ਕੀ ਕਰਦੇ ਨੇ, ਉਹਨੂੰ ਸਮਝਣਾ ਆ, ਸਿੱਖਣਾ ਆ ਤੇ ਉਹਨੂੰ ਕਮਾਉਣ ਦੀ ਕੋਸ਼ਿਸ਼ ਕਰਨੀ ਆ। ਦੂਸਰੀ ਗੱਲ ਇਹ ਆ ਕਿ ਇਹ ਨਾਲ ਦੀ ਨਾਲ ਭਗਤੀ ਦਾ ਵੀ ਸਾਧਨ ਹੈ। ਜਿੰਨਾ ਚਿਰ ਅਸੀਂ ਸੰਗਤ 'ਚ ਬੈਠਦੇ ਹਾਂ, ਜੇ ਕੀਰਤਨ ਹੁੰਦਾ ਆ, ਸਾਡਾ ਮਨ ਕੀਰਤਨ ਨਾਲ ਜੁੜਦਾ ਤੇ ਕੁਦਰਤੀ ਤੌਰ ਤੇ ਪ੍ਰਮਾਤਮਾ ਦੀ ਨੇੜਤਾ ਜਿਹੜੀ ਪ੍ਰਾਪਤ ਹੁੰਦੀ ਆ। ਸ਼ਬਦ ਦੀ ਜਦੋਂ ਵਿਚਾਰ ਹੁੰਦੀ ਹੈ, ਠੀਕ ਆ, ਹਰ ਇੱਕ ਦੇ ਸਮਝ ਇੱਕੋ ਜਿਹੀ ਨਹੀਂ, ਇੱਕ ਜਿਹੜੇ ਸ਼ਬਦ ਆ ਉਹਦੇ ਹਰ ਵਿਦਵਾਨ ਆਪਣੇ ਆਪਣੇ ਤਰੀਕੇ ਨਾਲ ਵੱਖਰੇ ਵੱਖਰੇ ਜ਼ਰੂਰ ਕਰੇਗਾ, ਪਰ ਜੇ ਉਹਦਾ ਤੱਤ ਕੱਢਿਆ ਜਾਏ ਤੇ ਫਿਰ ਆ ਕੇ ਤੇ ਮਿਲਦਾ ਉੱਥੇ ਹੀ ਆ ਕੇ ਆ ਵੀ ਜੀਵਨ ਜਿਹੜਾ ਆ ਉਹਨੂੰ ਵਿਸ਼ੇ ਵਿਕਾਰਾਂ ਤੋਂ ਬਚਾਉਣਾ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੀਆਂ ਸਾਨੂੰ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਅਸਲੀਅਤ ਸਮਝਾਈ ਆ ਵੀ ਕ੍ਰੋਧ ਕੀ ਆ, ਕਾਮ ਕੀ ਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਆਣੇ ਵੀ ਆ, ਤੇ ਜੇ ਕ੍ਰੋਧ ਆ ਤੇ ਉਹਦੇ ਮੁਕਾਬਲੇ ਦੇ ਨਾਲ ਵੀਰ ਰਸ ਦੱਸਿਆ ਆ। ਤੇ ਉਹ ਸਾਰੇ ਜਿਹੜੇ ਸਿਧਾਂਤ ਆ ਉਹਨਾਂ ਨੂੰ ਸਮਝ ਕੇ ਤੇ ਚੱਲਣਾ ਆ। ਮੇਨ ਮੁੱਦਾ ਤੇ ਆਪਣੇ ਜੀਵਨ ਨੂੰ ਸੰਭਾਲਣ ਦਾ ਹੀ ਆ। ਮੈਂ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਲੋਕ ਆ, ਜਿਹੜੇ ਸਾਰੇ ਹੀ ਅਸੀਂ ਬੜੇ ਪਿਆਰ ਨਾਲ ਸੁਣਦੇ ਹਾਂ ਜਦੋਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਸਮਾਪਤੀ ਤੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਣ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਆ ਨਾ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਾਜ ਮਨਾ, ਜਿਹ ਬਿਦ ਜਲ ਕਉ ਮੀਨ। ਕਿ ਉੱਪਰੋਂ ਉੱਪਰੋਂ ਨਹੀਂ, ਸੱਚਮੁੱਚ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਇਸ ਤਰ੍ਹਾਂ ਲੀਨ ਹੋ ਕੇ ਕਿ ਜਿਵੇਂ ਮੱਛੀ ਜਿਹੜੀ ਆ ਉਹ ਪਾਣੀ ਤੋਂ ਬਾਹਰ ਜੀ ਨਹੀਂ ਸਕਦੀ, ਆਖਾਂ ਜੀਵਾਂ ਵਿਸਰਾ ਮਰ ਜਾਉ। ਤੇ ਗੱਲ ਤੇ ਇਹ ਆ ਕਿ ਆਪਣੇ ਮਨ ਨੂੰ ਸਮਝਾ ਕੇ ਵਿਕਾਰਾਂ ਵੱਲੋਂ ਹਟ ਕੇ ਪਰਉਪਕਾਰ ਸੇਵਾ ਦੇ ਵਿੱਚ ਜੀਵਨ ਨੂੰ ਲਾਉਣਾ। ਤੇ ਉਹ ਤਾਂ ਹੀ ਆ ਜਿੰਨਾ ਅਸੀਂ ਆਪਣਾ ਟਾਈਮ ਉੱਧਰ ਨੂੰ ਦਿਆਂਗੇ, ਸਮਝਾਂਗੇ, ਜੀਵਨ 'ਚ ਲਿਆਵਾਂਗੇ ਤਾਂ ਹੀ ਆ। ਤੇ ਵੈਸੇ ਗੱਲ ਤੁਹਾਡੀ ਠੀਕ ਆ, ਕਈ ਫਾਲਤੂ ਦੀਆਂ ਕਥਾ ਕਹਾਣੀਆਂ ਜਿਨ੍ਹਾਂ ਦਾ ਗੁਰਮਤ ਨਾਲ ਸੰਬੰਧ ਨਹੀਂ ਹੁੰਦਾ, ਜਿਵੇਂ ਵੀਰ ਜੀ ਸੁੱਚਾ ਸਿੰਘ ਹੋਰਾਂ ਨੇ ਕਿਹਾ ਕਿ ਮੁਹੰਮਦ ਇਕਬਾਲ, ਡਾਕਟਰ ਇਕਬਾਲ ਹੋਇਆ, ਸ਼ੇਖ ਸਾਦੀ ਹੋਇਆ, ਜਾਂ ਇਹੋ ਜਿਹੇ ਜਿਹੜੇ ਹੋਰ ਮੇਰੇ ਖਿਆਲ 'ਚ ਉਹ ਅਸੀਂ ਗੁਰਬਾਣੀ ਨੂੰ ਇੰਨਾ ਨੀਵੇਂ ਪੱਧਰ ਤੇ ਲੈ ਆਉਂਦੇ ਆ ਉਹਨਾਂ ਦੇ, ਜਦੋਂ ਕਿ ਉਹ ਗੁਰਬਾਣੀ ਤੇ ਸਭ ਤੋਂ ਉੱਪਰ ਆ ਕਿ ਲੋਕ ਕਬੀਰ ਲੋਕ ਜਾਨਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਤੇ ਜਿਉਂ ਕਾਂਸੀ ਉਪਦੇਸ਼ ਹੋਏ, ਮਾਨਸ ਮਰਤੀ ਬਾਰੇ ਤੇ ਬੜੀ ਮਹਾਨ ਤੇ ਬਹੁਤ ਉੱਚੀ ਆ। ਬਾਕੀ ਦੇ ਜਿੱਥੋਂ ਵੇਦਾਂ ਸ਼ਾਸਤਰਾਂ ਦੀ ਗੱਲ ਆ, ਗੁਰੂ ਸਾਹਿਬ ਜੀ ਨੇ ਭਾਵੇਂ ਕਿਤੇ ਉਹਨਾਂ ਦੇ ਪ੍ਰਮਾਣ ਮਾਤਰ ਕੋਈ ਗੱਲ ਕੀਤੀ ਹੋਏ, ਪਰ ਤਤ ਗਿਆਨ ਗੁਰਮਤ ਦਾ ਉਹਨਾਂ ਬਾਰੇ ਇਹੋ ਹੀ ਆ ਕਿ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤਾ ਸਾਰ ਨਾ ਜਾਣੀ। ਇਹ ਸਾਰਾ ਕੁਝ ਤਿੰਨਾਂ ਗੁਣਾਂ ਦੇ ਵਿੱਚ ਹੀ ਆ, ਪਰ ਗੁਰਮਤ ਜਿਹੜੀ ਆ ਉਹ ਸਾਨੂੰ ਆਤਮਿਕ ਤੌਰ ਤੇ ਇਹਨਾਂ ਤਿੰਨਾਂ ਤੋਂ ਉੱਪਰ ਲੈ ਜਾਂਦੀ। ਥੈਂਕ ਯੂ ਜੀ, ਥੈਂਕ ਯੂ। ਨਾਲੇ ਜਿਹੜਾ ਗੁਰਦੁਆਰੇ ਦਾ ਮਾਹੌਲ ਹੈ ਉਹ ਨਾਟ ਏ ਲਿਟਰੇਰੀ ਸਿੰਪੋਜ਼ੀਅਮ। ਜਿਹੜਾ ਲਿਟਰੇਰੀ ਸਿੰਪੋਜ਼ੀਅਮ ਹੁੰਦਾ ਉਹਦੇ ਵਿੱਚ ਤਾਂ ਠੀਕ ਹੈ, ਇਕਬਾਲ ਹੋਣੀ ਹੋ ਗਏ ਤੇ ਦੂਜੇ ਜਿਹੜੇ ਉਹਨਾਂ ਦੇ ਲੈ ਕੇ ਆਉਣਾ। ਗੁਰਦੁਆਰੇ ਦਾ ਜਿਹੜਾ ਮਾਹੌਲ ਹੈ ਇਹ ਗੁਰੂ ਦੀ ਜਿਹੜੀ ਜੀਵਨੀ ਹੈ ਤੇ ਗੁਰੂ ਦੇ ਜਿਹੜੇ ਸਿਧਾਂਤ ਨੇ ਜਾਂ ਗੁਰੂ ਗੁਰਬਾਣੀ ਹੈ ਉਹਦੇ ਨਾਲ ਹੀ ਜੁੜਨਾ ਚਾਹੀਦਾ। ਪਰ ਇੰਨਾ ਵੀ ਨਹੀਂ ਲੰਬਾ ਹੋਣਾ ਚਾਹੀਦਾ ਕਿ ਵੀ ਉੱਥੇ ਬੈਠੇ ਬੈਠੇ ਮਤਲਬ ਚੀਜ਼ਾਂ ਨੂੰ ਸਮਾਂ ਕੱਢਣ ਦੇ ਲਈ ਉਹਨਾਂ ਨੂੰ ਲੰਬਾ ਕਰੀ ਜਾਣਾ। ਡਾਕਟਰ ਕੁਲਵਿੰਦਰ ਸਿੰਘ, ਤੁਸੀਂ ਇਹਨਾਂ ਬਾਬਤ ਵਿਚਾਰ ਕਰੋ, ਕਿਉਂਕਿ ਮੈਂ ਤੇ ਆਪ ਆਈ ਗੈਟ ਫਰਸਟ੍ਰੇਟਡ ਕਈ ਵਾਰੀ ਸੁਣ ਕੇ ਉਹੀ ਗੱਲ ਮੁੜ ਕੇ ਕਹੀ ਜਾਣੀ ਹੈ, ਰਿਪੀਟ ਕਰਕੇ ਇਧਰੋਂ ਉਧਰੋਂ ਟਾਈਮ ਪਾਸ ਕਰਨ ਦੇ ਲਈ, ਜਦੋਂ ਕਿ ਕੋਈ ਹੋਰ ਬੰਦੇ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਬੋਲਣ ਦੇ ਲਈ। ਉਹ ਹੀ ਬੰਦਾ ਜਿਹੜਾ ਖਾਸਾ ਸਾਰਾ ਟਾਈਮ ਇਸ ਤਰ੍ਹਾਂ ਵੇਸਟ ਹੋ ਜਾਂਦਾ। ਤੁਸੀਂ ਆਪਣੇ ਵਿਚਾਰ ਸ਼ੇਅਰ ਕਰੋ। ਹਾਂਜੀ ਸਰ, ਜਦੋਂ ਇਹ ਸਾਡੀ ਵਿਚਾਰ ਹੋ ਗਈ ਗੁਰਬਾਣੀ ਵਰਸਸ ਕਥਾ, ਠੀਕ ਹੈ ਨਾ, ਸ਼ਬਦ ਦੀ, ਤੇ ਪਹਿਲੀ ਗੱਲ ਤੇ ਬੜੀਆਂ ਸੰਪਰਦਾਵਾਂ ਨੇ ਆਈ ਵਾਂਟ ਨੇ ਜਿਹੜੀਆਂ ਆਪਣੀ ਸਟੇਜ ਤੇ ਕਥਾ ਅਲਾਉ ਹੀ ਨਹੀਂ। ਮੇਰੇ ਖਿਆਲ ਚ ਉਹਨਾਂ ਦਾ ਕੀ ਵਿਚਾਰ ਹੋ ਸਕਦਾ ਹੈ ਕਿ ਕਥਾ ਨਾ ਅਲਾਉ ਕਰਨ ਕਰਕੇ ਜਦੋਂ ਅਸੀਂ ਕਥਾ ਕਰਦੇ ਹਾਂ, ਜਿਸ ਤਰ੍ਹਾਂ ਪ੍ਰੋਫੈਸਰ ਸੁੱਚਾ ਸਿੰਘ ਜੀ ਨੇ ਤੇ ਬਾਕੀ ਕੁਝ ਸਿੱਖਾਂ ਨੇ ਪਹਿਲਾਂ ਕਿਹਾ ਨਾ ਕਿ ਉਹਦੇ ਚ ਸਾਡੀ ਆਪਣੀ ਸੋਚ, ਚਾਹੇ ਅਸੀਂ ਅਰਥ ਗੁਰਬਾਣੀ ਦੇ ਕਰਦੇ ਹੁੰਦੇ ਆ,
ਪਰ ਅਸੀਂ ਆਪਣੇ ਪੱਧਰ ਤੇ ਅਰਥ ਕਰ ਰਹੇ ਹੁੰਦੇ ਹਾਂ ਸਾਡੀ ਅਵਸਥਾ ਕਿਸ ਵਿੱਚ ਗੁਰਬਾਣੀ ਨੂੰ ਕੈਚ ਕਰ। ਗੁਰਬਾਣੀ ਐਂਡਲੈਸ। ਹੁਣ ਜੋ ਸਾਡਾ ਵਿਚਾਰ ਹੋ ਰਿਹਾ ਕਥਾ ਬਾਰੇ, ਇਹ ਜਿਹੜਾ ਕਥਾਕਾਰ ਹੈ ਉਹ ਦੇਖਦਾ ਵਾ ਵੀ ਉਹ ਕਿਹੜੇ ਗਰੁੱਪ ਨੂੰ ਟਾਰਗੇਟ। ਜਦੋਂ ਤੇ ਕਥਾਕਾਰ ਸੋਚਦਾ ਕਿ ਜਿਹੜੇ ਸੰਗਤ ਚ ਨਵੇਂ ਪ੍ਰਾਣੀ ਆਏ, ਮੈਂ ਇਹਨਾਂ ਨੂੰ ਅਟਰੈਕਟ ਕਰਨਾ, ਇਹਨਾਂ ਨੂੰ ਉਪਦੇਸ਼ ਦੇਣਾ, ਫਿਰ ਉਹ ਲੁਭਾਊ ਸਾਖੀਆਂ ਸੁਣਾਏ। ਕਿਉਂਕਿ ਸਾਖੀਆਂ ਜਿਹੜਾ ਨਵਾਂ ਬੰਦਾ ਐਂਟਰੈਂਟ ਹੈਗਾ ਉਹ ਸੌਖੀਆਂ ਸਮਝ ਲੈਂਦਾ, ਉਹਨੂੰ ਘੰਟਾ ਲਾ ਕੇ ਉਹਦੀ ਇੱਕ ਲਾਈਨ ਦਾ ਸਮਝਾਉਣਾ। ਲੇਕਿਨ ਜਿਹੜੇ ਗਿਆਨੀ ਪੁਰਸ਼ ਬੈਠੇ ਹੁੰਦੇ ਨੇ ਸੰਗਤ ਦੇ ਵਿੱਚ, ਨੈਚੁਰਲੀ ਉਹ ਪਰੇਸ਼ਾਨ ਹੋ ਜਾਂਦੇ ਨੇ। ਉਹ ਕਹਿੰਦੇ ਤੇ ਸਭ ਕੁਝ ਦੀ ਕੁਝ ਤੋਂ ਸੁਣਿਆ, ਗੁਰਬਾਣੀ ਦੀ ਗੱਲ ਕਰੋ ਕਿ ਨਿਚੋੜ ਦੀ ਗੱਲ ਕਰੋ, ਕਨਸੈਂਟਰੇਟ ਦੀ ਗੱਲ ਕਰੋ। ਉਹ ਨੈਚੁਰਲੀ ਜਿਹੜੇ ਫਿਰ ਉੱਥੇ ਗਿਆਤ ਪੁਰਸ਼ ਬੈਠੇ ਹੁੰਦੇ ਨੇ, ਨੌਲੇਜੇਬਲ, ਉਹਨਾਂ ਨੂੰ ਲੱਗਦਾ ਸਾਡਾ ਸਮਾਂ ਖਰਚ ਹੋ ਗਿਆ, ਕਿਉਂਕਿ ਉਹਨਾਂ ਨੂੰ ਕਥਾ ਅਟਰੈਕਟ ਨਹੀਂ ਕਰਦੀ। ਦੂਸਰੀ ਕਥਾ ਹੁੰਦੀ ਹੈ ਜਿਸ ਤਰ੍ਹਾਂ ਪ੍ਰੋਫੈਸਰ ਸੁੱਚਾ ਸਿੰਘ ਜੀ ਨੇ ਕਿਹਾ ਸੀ ਕਿ ਉਹ ਹੁੰਦਾ ਹੈ ਗੁਰਬਾਣੀ ਦਾ ਅਰਥ ਗੁਰਬਾਣੀ ਦੀ ਹੀ ਉਦਾਹਰਨ ਦੇ ਕੇ ਸਮਝਾਉਣਾ। ਉਹ ਬਹੁਤਿਆਂ ਨੂੰ ਅਪੀਲ ਕਰਦਾ ਹੈ, ਕਿਉਂਕਿ ਇੱਕ ਤੇ ਜਿਹੜਾ ਪ੍ਰਚਾਰਕ ਹੈ ਉਹ ਸਰਲ ਹੋਣਾ ਚਾਹੀਦਾ। ਜਿਹੜਾ ਪ੍ਰਚਾਰਕ ਬਹੁਤ ਜ਼ਿਆਦਾ ਘੁਮਾਉਂਦਾ ਫਿਰਾਉਂਦਾ ਹੈ ਨਾ, ਅਸਲ 'ਚ ਉਹ ਇੱਕ ਚੀਜ਼ ਡਿਸਾਈਡ ਕਰ ਬੈਠਾ ਹੁੰਦਾ ਹੈ ਕਿ ਮੈਂ ਇਹ ਚੀਜ਼ ਨੂੰ ਪ੍ਰੂਵ ਕਰਨਾ ਹੈ, ਤੇ ਉਹਨੂੰ ਪ੍ਰੂਵ ਕਰਨ ਵਾਸਤੇ ਵੱਖਰੀਆਂ ਉਦਾਹਰਨਾਂ ਦਿੰਦਾ। ਪਰ ਅਸੀਂ ਗੁਰਬਾਣੀ ਨਾਲ ਜੋੜਨਾ ਇਨਸਾਨ ਨੂੰ ਆਪਣੇ ਨਾਲ। ਪਰ ਤੀਜੇ ਪਾਸੇ ਇੱਕ ਹੋਰ ਵਿਊ ਆਉਂਦਾ ਹੈ ਕਿ ਜਦੋਂ ਕੋਈ ਇਨਸਾਨ ਵੱਖਰੇ ਧਰਮਾਂ ਦੇ ਇਸ਼ਾਰੇ ਦਿੰਦਾ ਹੈ ਤੇ ਉਹਦੇ 'ਚ ਇੱਕ ਪੋਜ਼ਿਟਿਵ ਚੀਜ਼ ਵੀ ਜ਼ਰੂਰ ਅਸੀਂ ਲੱਭ ਸਕਦੇ ਹਾਂ ਕਿ ਉਹ ਬਾਕੀ ਧਰਮਾਂ ਦੇ ਆਪਸ ਦੇ ਵਿੱਚ ਸਿਮਿਲੈਰਿਟੀਜ਼ ਲੱਭਣ ਦੀ ਕੋਸ਼ਿਸ਼ ਕਰ ਰਹੇ। ਸੋ ਡਿਪੈਂਡ ਇਹੀ ਕਰਦਾ ਹੈ ਕਿ ਜਿਹੜਾ ਬੁਲਾਰਾ ਹੈ, ਜਿਹੜਾ ਪ੍ਰਚਾਰਕ ਹੈ, ਉਹ ਟਾਰਗੇਟ ਕਿਸ ਚੀਜ਼ ਨੂੰ ਕਰਦਾ, ਉਹਦੀ ਆਪਣੀ ਅਵਸਥਾ ਤੇ ਹੀ ਡਿਪੈਂਡ ਕਰਦਾ ਹੈ। ਪਰ ਮੇਰੀ ਪਰਸਨਲ ਰਾਏ ਹੈ ਕਿ ਜਿਹੜਾ ਵੀ ਕਥਾਕਾਰ ਹੈ ਜਿੰਨਾ ਉਹ ਸਰਲ ਹੋਏਗਾ, ਕਿਉਂਕਿ ਜਿਹਦੇ ਕਨਸੈਪਟ ਕਲੀਅਰ ਹੋਣਗੇ ਨਾ ਗੁਰਬਾਣੀ ਪ੍ਰਤੀ, ਧਰਮ ਪ੍ਰਤੀ, ਉਹ ਹਮੇਸ਼ਾ ਸਰਲ ਹੋਏਗਾ, ਕੰਪਲੈਕਸ ਨਹੀਂ ਹੋਏਗਾ। ਜਦੋਂ ਅਸੀਂ ਕੰਪਲੈਕਸ ਗੱਲਾਂ ਕਰਦੇ ਹਾਂ ਤੇ ਉਹਦੇ ਵਿੱਚ ਅਸੀਂ ਜਿਹੜੀ ਸੰਗਤ ਨੂੰ ਕਨਫਿਊਜ਼ ਕਰ ਰਹੇ ਹੁੰਦੇ ਹਾਂ, ਨਾ ਕਿ ਸੰਗਤ ਨੂੰ ਆਪਾਂ ਉਹ ਲਾਈਨ ਤੇ ਪਾ ਰਹੇ ਹੁੰਦੇ ਹਾਂ। ਸੋ ਪ੍ਰਚਾਰ ਜਿੰਨਾ ਸਰਲ ਹੋਵੇ ਮੇਰੇ ਖਿਆਲ 'ਚ ਵਧੀਆ। ਥੈਂਕ ਯੂ ਜੀ, ਥੈਂਕ ਯੂ। ਜਿੱਥੋਂ ਤੱਕ ਤੁਸੀਂ ਸ਼ਹੀਦੀ ਦੀ ਗੱਲ ਕੀਤੀ ਸੀ, ਵੀ ਵਿਲ ਟੇਕ ਦੈਟ ਸਬਜੈਕਟ ਨੈਕਸਟ ਸੈਸ਼ਨ ਦੇ ਵਿੱਚ। ਗੁਰੂ ਤੇਗ ਬਹਾਦਰ ਦੀ ਸ਼ਹੀਦੀ, ਹਿਊਮਨ ਰਾਈਟਸ ਦੀ ਜਿਹੜੀ ਸਟਰਗਲ ਹੈ, ਇਹ ਇਸ ਟਾਈਮ ਨਹੀਂ ਸਾਡੇ ਕੋਲ ਇਨਫ ਹੈ ਇਸ ਵੇਲੇ। ਭਾਈ ਡਾਕਟਰ ਸਰਦਾਰ ਜਸਵੀਰ ਸਿੰਘ ਜੀ ਭਾਟੀਆ ਸਾਹਿਬ, ਤੁਸੀਂ ਕੋਈ ਇਹਦੇ ਵਿੱਚ ਐਡ ਕਰਨੀ ਹੋਵੇ ਚੀਜ਼ ਕਿ ਵੀ ਕਿਵੇਂ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਟਾਈਮ ਗੁਰਦੁਆਰਿਆਂ ਦਾ ਕੁਝ ਜ਼ਿਆਦਾ ਹੀ ਮਤਲਬ ਵੇਸਟ ਹੋ ਜਾਂਦਾ। ਹਾਂ, ਠੀਕ ਗੱਲ ਕਹੀ ਹੈ ਉਹ ਸਭ ਨੇ। ਮੈਂ ਹੁਣ ਜ਼ਿਆਦਾ ਕੁਝ ਕੀ ਐਡ ਕਰਨਾ ਹੈ। ਭਾਵ ਇਹ ਹੈ ਕਿ ਇੱਕ ਤਾਂ ਜੋ ਭਾਈ ਸਾਹਿਬ ਨੇ ਬਹੁਤ ਸਾਰੇ ਐਡਜੈਕਟਿਵ, ਸੁਪਰਲੇਟਿਵ, ਬੜੇ ਲੱਛੇਦਾਰ ਸ਼ਬਦ ਯੂਜ਼ ਕਰਕੇ ਸੰਗਤਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਬੜੀ ਫਲਾਵਰੀ ਲੈਂਗੁਏਜ ਬਣਾ ਕੇ ਪਹਿਲਾਂ ਸ਼ੁਰੂ ਕਰਨ 'ਚ ਕਿੰਨਾ ਟਾਈਮ ਲਗਾ ਦਿੱਤਾ। ਜਿਸ ਤਰ੍ਹਾਂ ਗੱਲ ਹੈਗੀ ਇਹ ਦੂਸਰੇ ਰਾਈਟਰਸ ਦੀ, ਲੇਖਕਾਂ ਦੀ ਉਹਨਾਂ ਦੇ ਵਿੱਚ ਲਿਆਉਣਾ, ਉਤੋਂ ਇਹ ਸਾਬਤ ਹੁੰਦਾ ਕਿ ਜਿਹੜਾ ਪ੍ਰਚਾਰਕ ਹੈ, ਜਿਹੜਾ ਕਥਾ ਕਰ ਰਿਹਾ, ਉਹਨੂੰ ਖੁਦ ਆਪਣੀ ਨੌਲੇਜ ਨਹੀਂ ਹੈ। ਅਗਰ ਤੁਸੀਂ ਮੁਹੰਮਦ ਇਕਬਾਲ ਦਾ ਸਹਾਰਾ ਲੈ ਰਹੇ ਹੋ ਤਾਂ ਇਹ ਮਤਲਬ ਸਾਬਤ ਕਰ ਰਹੇ ਹੋ ਕਿ ਮੁਹੰਮਦ ਇਕਬਾਲ ਨੂੰ ਤੁਹਾਨੂੰ ਜ਼ਿਆਦਾ ਨੌਲੇਜ ਹੈ। ਇਹ ਭਾਵ ਹੋਇਆ ਨਾ, ਉਹਨੂੰ ਜ਼ਿਆਦਾ ਗੁਰਬਾਣੀ ਦੀ ਅੰਡਰਸਟੈਂਡਿੰਗ ਹੈ। ਐਸਾ ਨਹੀਂ ਹੈ। ਤਾਂ ਜਿਹੜਾ ਭਾਵ ਹੈ, ਗੱਲ ਸਭ ਨੇ ਠੀਕ ਕਹੀ ਹੈ, ਮੈਂ ਜ਼ਿਆਦਾ ਕੁਛ ਨਾ ਟਾਈਮ ਲਵਾਂਗਾ। ਸੋ ਮਤਲਬ ਯਹੀ ਹੈ ਕਿ ਸਾਨੂੰ ਜੋ ਆਧਾਰ ਹੈ, ਜੋ ਸਾਡਾ ਪ੍ਰਚਾਰ ਦਾ, ਜੋ ਕਥਾਕਾਰ ਕਰਦੇ ਨੇ, ਉਹਨਾਂ ਨੂੰ ਸੋਰਸ ਤੇ ਜਾਣਾ ਚਾਹੀਦਾ ਹੈ, ਨਾ ਕਿ ਇੱਧਰ ਉੱਧਰ ਦੀ ਗੱਲਾਂ ਲਿਆ ਕੇ ਐਡ ਕਰਨਾ ਉਹਨਾਂ ਨੂੰ। ਉਹ ਇਹ ਗੱਲ ਬੜੀ ਲੌਜੀਕਲ ਗੱਲ ਹੈ, ਬਿਲਕੁਲ ਠੀਕ ਲੱਗਦੀ ਹੈ। ਹੋਰ ਤੋਂ ਜ਼ਿਆਦਾ ਕੀ ਕਹਾਂ। ਥੈਂਕ ਯੂ ਜੀ, ਧੰਨਵਾਦ। ਡਾਕਟਰ ਵਾਸੂ, ਬੈਕ ਟੂ ਯੂ। ਆਪਾਂ ਜਿਹੜਾ ਸ਼ਹੀਦੀ ਦਾ ਸਿਚੁਏਸ਼ਨ ਹੈ, ਦੈਟ ਵੀ ਵਿਲ ਡਿਸਕਸ ਨੈਕਸਟ ਟਾਈਮ, ਹਿਊਮਨ ਰਾਈਟਸ ਦੀ। ਆ ਜਿਹੜੀ ਹੁਣ ਇਸ ਵੇਲੇ ਡਿਸਕਸ਼ਨ ਹੋ ਰਹੀ ਹੈ, ਇਹਦੇ ਬਾਬਤ ਤੁਹਾਡੇ ਕੀ ਵਿਚਾਰ ਨੇ? ਮੈਂ ਸਮਝਣਾ ਜਿਹੜਾ ਪ੍ਰਚਾਰਕ ਹੈ ਉਸ ਨੂੰ ਜੋ ਗੁਰਮਤ ਨੇ ਮਨੁੱਖੀ ਜੀਵਨ ਵਿੱਚ ਜਿਹੜੀ ਤਬਦੀਲੀ ਲਿਆਂਦੀ ਹੈ, ਉਸ ਪਰਿਵਰਤਨ ਦਾ ਜ਼ਿਕਰ ਕਰਨਾ ਚਾਹੀਦਾ ਹੈ ਕਿ ਮਨੁੱਖ ਜਿਹੜਾ ਹੈ, ਜਿਵੇਂ ਗੁਰੂ ਸਾਹਿਬ ਦਾ ਇੱਕ ਸੈਂਟਰਲ ਆਈਡੀਆ ਹੈ ਕਿ ਬਲਿਹਾਰੀ ਗੁਰ ਆਪਣੇ ਦਿਓ ਵਾਲੀ ਸਲਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। तो गुरु दी जो चेंज करना
ਮਨੁੱਖ ਦੀਆਂ ਰੁਚੀਆਂ ਜਿਹੜੀਆਂ ਨੇ ਕਾਮ ਕ੍ਰੋਧ ਲੋਭ ਅਹੰਕਾਰ ਉਸ ਤੇ ਕਾਬੂ ਕਰਕੇ ਉਸ ਨੂੰ ਦੇਵਤਾ ਮਨੁੱਖ ਬਣਾਉਣਾ, ਉਸ ਨੂੰ ਪ੍ਰਕਾਸ਼ਿਤ ਮਨੁੱਖ ਬਣਾਉਣਾ। ਔਰ ਮਨੁੱਖ ਦੇ ਜੀਵਨ ਜਿਹੜੀ ਤਬਦੀਲੀ ਗੁਰੂ ਸਾਹਿਬ ਨੇ ਲਿਆਂਦੀ ਸੀ, ਜਿਹੜੀ ਤਬਦੀਲੀ ਹੈ ਗਿੱਦੜੋਂ ਕੋ ਮੈਂ ਸ਼ੇਰ ਬਣਾऊं ਤਬੇ ਗੋਬਿੰਦ ਸਿੰਘ ਨਾਮ ਕਹਾऊं। ਜਿਹੜਾ ਮਨੁੱਖ ਹੈ ਉਹ ਕਿਵੇਂ ਇੱਕ ਆਮ ਮਨੁੱਖ ਤੋਂ ਵਿਸ਼ੇਸ਼ ਮਨੁੱਖ ਕਿਵੇਂ ਬਣਦਾ ਹੈ। ਔਰ ਹਰਿਮੰਦਰ ਇਹ ਸਰੀਰ ਹੈ, ਯਾਨੀ ਪ੍ਰਚਾਰਕ ਨੂੰ ਜਿੰਨੀ ਸੰਗਤ ਹੈ ਉਸ ਨੂੰ ਹਰਿਮੰਦਰ ਇਹ ਸਰੀਰ ਤੱਕ ਪਹੁੰਚਾਉਣਾ ਚਾਹੀਦਾ। ਔਰ ਜੋ ਮਨੁੱਖ ਦੀਆਂ ਪ੍ਰਵਿਰਤੀਆਂ ਨੇ ਉਹਦੇ ਵਿੱਚ ਚੇਂਜ ਲਿਆਉਣੀ ਚਾਹੀਦੀ ਹੈ, ਉਹਦੇ ਮਨ ਵਿੱਚ ਚੇਂਜ, ਉਹਦੀ ਪ੍ਰਕਿਰਤੀ ਵਿੱਚ ਚੇਂਜ, ਉਹਦੀ ਮਨੇ ਲੱਛ ਉਹਦਾ। ਦੇਖੋ ਗੁਰੂ ਸਾਹਿਬ ਨੇ 200 ਸਾਲਾਂ ਵਿੱਚ ਆਮ ਮਨੁੱਖਾਂ ਨੂੰ ਸ਼ੇਰ ਔਰ ਸਿੰਘ ਬਣਾ ਦਿੱਤਾ ਸੀ। ਇਹ ਗੁਰਬਾਣੀ ਦੇ ਵਿੱਚੋਂ ਦੀ ਹੋ ਕੇ ਗੁਜ਼ਰ ਗਿਆ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਏ ਤੇ ਸੂਰਾ। ਸੂਰਮੇ ਦੀ ਵੀ ਪਰਿਭਾਸ਼ਾ ਗੁਰੂ ਸਾਹਿਬ ਨੇ ਬਦਲ ਦਿੱਤੀ। ਤੋ ਮਨੁੱਖ ਨੂੰ ਸੈਂਟਰਲਾਈਜ਼ ਕਰਕੇ ਔਰ ਮਨੁੱਖ ਨੂੰ ਮਹਾਨ ਬਣਾਉਣਾ, ਮਨੁੱਖ ਨੂੰ ਦੇਵਤਾ ਬਣਾਉਣਾ, ਮਨੁੱਖ ਨੂੰ ਸਭਾ ਕੀ ਸਪਿਰਟ ਦੇਣਾ, ਉਹਦੀ ਆਤਮਾ ਨੂੰ ਚੇਤਨ ਕਰਨਾ, ਉਹਦੀ ਰੂਹਾਨੀਅਤ ਨੂੰ ਉਜਾਗਰ ਕਰਨਾ, ਉਹਦੇ ਅੰਦਰ ਜੋ ਜਾਤ ਪਾਤ ਜਾਂ ਏਦਾਂ ਦੀਆਂ ਗੱਲਾਂ ਨੇ ਉਹਨੂੰ ਦੂਰ ਕਰਕੇ ਮਨੁੱਖ ਨੂੰ ਰੱਬ ਵਰਗਾ ਮਨੁੱਖ ਬਣਾਉਣਾ, ਮਨੁੱਖ ਨੂੰ ਰੱਬ ਦਾ ਏਜੰਟ ਪੇਸ਼ ਕਰਨਾ। ਕਿਉਂਕਿ ਮਨੁੱਖ ਜਿਹਨੇ ਕੋਈ ਸ਼ਕਤੀਆਂ ਐਸੀਆਂ ਨਹੀਂ ਰੱਖੀਆਂ ਜਿਹੜੀਆਂ ਮਨੁੱਖ ਨੂੰ ਨਹੀਂ ਦਿੱਤੀਆਂ। ਮਨੁੱਖ ਅਨੰਤ ਹੋ ਸਕਦਾ ਹੈ, ਮਨੁੱਖ ਬੇਅੰਤ ਹੋ ਸਕਦਾ ਹੈ, ਮਨੁੱਖ ਅਪਾਰ ਹੋ ਸਕਦਾ ਹੈ। ਮਨੁੱਖ ਨੇ ਇਤਿਹਾਸ ਚੇਂਜ ਕੀਤਾ। ਉਹ ਜਿਹੜੀ ਚੇਂਜ ਹੈ, ਜਿਹੜੀ ਗੁਲਾਮੀ ਤੋਂ ਆਜ਼ਾਦੀ ਵੱਲ ਲੈ ਗਈ ਸੀ, ਜਿਹੜੀ ਸਾਨੂੰ ਖਾਲਸਾ ਰਾਜ ਵੱਲ ਲੈ ਗਈ ਸੀ, ਉਹ ਆਮ ਮਨੁੱਖ ਜਿਹੜਾ ਡਰਦਾ ਸੀ, ਚਿੜੀ ਉੜੇ ਤੋਂ ਹਮ ਡਰ ਜਾਵੇਂ, ਜੰਗ में कैसे शोर बचावे। ਉਹੀ ਮਨੁੱਖ ਜਿਹੜਾ अब धर लूंगा एक एक को तीर के आगे, रख दूंगा दिल जिगर व सीना चीर के आगे। ਉਹ ਜਿਹੜੀ ਚੇਂਜ ਸੀ। ਦੇਖੋ ਪਹਿਲੇ ਗੱਲ ਹੀ ਸ਼ੁਰੂ ਕਰ ਲਓ ਕਿ ਪਿਆਰੀ ਸਾਧ ਸੰਗਤ ਤੁਹਾਡਾ ਜਿਹੜਾ ਸਰੀਰ ਹੈ ਇਹ ਹਰਿਮੰਦਰ ਹੈ, ਕਿਉਂਕਿ ਇਹਦੇ ਵਿੱਚ ਸੰਭਾਵਨਾ ਹੈ, ਇਹ ਇਨਫਿਨਿਟ ਹੋ ਸਕਦਾ ਹੈ, ਇਹ ਸ਼ੇਰ ਬਣ ਸਕਦਾ ਹੈ। ਯਾਨੀ ਸੰਗਤ ਨੂੰ ਖੜਾ ਕਰਨਾ, ਸੰਗਤ ਨੂੰ ਆਪਣੀ ਰੂਹਾਨੀਅਤ ਦਾ ਪ੍ਰਗਟਾਵਾ ਕਰਨਾ, ਮਨ ਤੋਂ ਜੋ ਸਰੂਪ ਹੈ। ਗੱਲ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ ਕਿ ਮਨੁੱਖ ਜਿਹੜਾ ਉਹ ਰੱਬ ਦਾ ਜੋਤੀ ਦਾ ਸਰੂਪ ਹੈ। ਯਾਨੀ ਮਨੁੱਖ ਨੂੰ ਵਡਿਆਉਣਾ, ਮਨੁੱਖ ਦੀ ਮਹਿਮਾ ਗਾਉਣੀ, ਇਹ ਪ੍ਰਚਾਰਕ ਨੂੰ ਆਉਣੀ ਚਾਹੀਦੀ ਹੈ। ਕਿਉਂਕਿ ਸਾਹਮਣੇ ਮਨੁੱਖ ਬੈਠੇ, ਮਨੁੱਖਾਂ ਨੂੰ ਚੇਂਜ ਕਰਕੇ ਆਪਾਂ ਭੇਜਣਾ, ਮਨੁੱਖਾਂ ਨੂੰ ਗੁਰੂ ਵਰਗਾ ਬਣਾ ਕੇ ਭੇਜਣਾ। ਪ੍ਰਚਾਰਕ ਦਾ ਕੰਮ ਹੈ ਕਿ ਉਹ ਮਨੁੱਖ ਦੀ ਚੇਂਜ ਪੇਸ਼ ਕਰੇ, ਤਬਦੀਲੀ ਪੇਸ਼ ਕਰੇ। Thank you ਜੀ, thank you ਡਾਕਟਰ ਸਾਹਿਬ for sharing your wonderful views. ਡਾਕਟਰ ਮਿਹਰਵਾਨ ਸਿੰਘ ਤੁਹਾਡੇ ਕੋਲੇ ਬੈਕ ਕੁਝ ਐਡ ਕਰਨੀ ਹੋਵੇ ਚੀਜ਼? ਹਾਂਜੀ, ਹਾਂਜੀ ਜਿਹੜਾ ਕਥਾ ਕੀਰਤਨ ਬਾਰੇ ਵਿਚਾਰ ਹੋ ਰਹੀ ਹੈ ਜੀ, ਤੇ ਇਹਦੇ ਬਾਰੇ ਜਿਵੇਂ ਵੀਰ ਜੀ ਕੁਲਵਿੰਦਰ ਸਿੰਘ ਜੀ ਨੇ ਕਿਹਾ ਸੀਗਾ ਕਿ ਕੁਝ ਪੰਥ ਦੇ ਵਿੱਚ ਇਹੋ ਜਥੇ ਹੈਗੇ ਨੇ ਜਿਹੜੇ ਬਿਲਕੁਲ ਆਪਣੀ ਸਟੇਜ ਦੇ ਵਿੱਚ ਜਿਹੜਾ ਹੈਗਾ ਆਪਣੀ ਸਟੇਜ ਦੇ ਉੱਤੇ ਸਿਰਫ ਕੀਰਤਨ ਹੀ ਕਰਦੇ ਆ, ਕਥਾ ਨਹੀਂ ਕਰਦੇ। ਤੇ ਹਰਮੰਦਰ ਸਾਹਿਬ ਦਾ ਸਾਨੂੰ ਕੋਲ ਪੱਕਾ ਜਿਹੜਾ ਹੈਗਾ ਉਹ ਪ੍ਰਮਾਣ ਦੇਖੋ, ਮਿਸਾਲ ਹੈਗੀ ਹੈ ਕਿ ਹਰਮੰਦਰ ਸਾਹਿਬ ਤੋਂ ਕੇਵਲ ਕੀਰਤਨ ਹੀ ਅਲੋੜ ਹੈ, ਉੱਥੇ ਕਥਾ ਕਦੇ ਵੀ ਨਹੀਂ ਹੋ ਸਕਦੀ। ਤੋ ਇਹ ਤੇ ਚਲੋ ਜੋ ਹੈ ਹੀ ਹੈ, ਪਰ ਫਿਰ ਵੀ ਅਸੀਂ ਜਿਹੜਾ ਥੋੜਾ ਬਹੁਤਾ ਜਿਹੜਾ ਦੂਜੇ ਪੱਖ ਤੋਂ ਵਿਚਾਰ ਕਰੀਏ ਤੇ ਹੁਣ ਸ਼੍ਰੋਮਣੀ ਕਮੇਟੀ ਨੇ ਜਾਂ ਹੋਰ ਜਿਹੜੇ ਮਿਸ਼ਨਰੀ ਕਾਲਜ ਉਹਨਾਂ ਖੋਲੇ ਨੇ, ਉੱਥੇ ਉਹ 3 ਕਿਸਮ ਦੀ ਟ੍ਰੇਨਿੰਗ ਦਿੰਦੇ ਆ, ਤਬਲੇ ਬਾਰੇ, ਕੀਰਤਨ ਬਾਰੇ ਤੇ ਕਥਾ ਬਾਰੇ। ਸੋ ਉੱਥੇ ਜਿਹੜਾ ਉਹ ਮਿਸ਼ਨਰੀ ਨੂੰ ਡਿਸਾਈਡ ਕਰਨਾ ਹੁੰਦਾ ਹੈ ਕਿ ਉਹਨੇ ਕਥਾ ਵਾਲੇ ਲਾਈਨ ਵਿੱਚ ਜਾਣਾ ਹੈ ਜਾਂ ਕੀਰਤਨ ਵਾਲੇ ਚ। ਸੋ ਸਰਟਨਲੀ ਉੱਥੇ ਕਥਾਵਾਚਕ ਜਿਹੜੇ ਨੇ ਟ੍ਰੇਨਡ ਕੀਤੇ ਜਾ ਰਹੇ ਨੇ। ਬਾਕੀ ਇਹ ਤੇ ਸ਼ਿਓਰਲੀ ਜਿਵੇਂ ਆਪਣੇ ਵਾਸੂ ਸਾਹਿਬ ਕਹਿ ਰਹੇ ਸੀਗੇ ਹੁਣੇ ਹੀ ਕਿ ਗੁਰੂ ਸਾਹਿਬ ਦੀ ਜਿਹੜੀ ਫਿਲਾਸਫੀ ਜਿਹੜੀ ਆ ਉੱਥੋਂ ਤੱਕ ਪੂਰੀ ਤਰ੍ਹਾਂ ਪਹੁੰਚਾਣੀ ਹੈ। ਸੋ ਹੁਣ ਹਰ ਇੱਕ ਕਥਾ ਪ੍ਰਚਾਰਕ ਦੀ ਜਿਹੜੀ ਆਪਣੀ ਲਿਮਿਟੇਸ਼ਨਸ ਨੇ, ਉਸਦੀ ਆਪਣੀ ਜਿਹੜੀ ਜੀਵਨ ਕਿਹੋ ਜਿਹਾ ਵਾ, ਇਹ ਤੇ ਸਾਨੂੰ ਆਈ ਥਿੰਕ ਸਾਨੂੰ ਵੀ ਵੁੱਡ ਹੈਵ ਟੂ ਬੀਅਰ ਵਿਦ ਇਟ। ਸਾਡੇ ਕੋਲ ਡਿਵਰਸਿਟੀ ਰਹਿਣੀ ਹੋਈ ਹੈ, ਕੋਈ ਘੱਟ ਟ੍ਰੇਨਡ ਹੈ, ਕੋਈ ਵੱਧ ਟ੍ਰੇਨਡ ਹੈ। ਹੁਣ ਹਰਮੰਦਰ ਸਾਹਿਬ ਤੋਂ ਕਥਾ ਆਉਂਦੀ ਆ ਸਵੇਰੇ, ਅਸੀਂ ਜਾਣਦੇ ਹਾਂ ਕਿ ਕੁਝ ਪ੍ਰਚਾਰਕ ਸਾਨੂੰ ਜਿਹੜੇ ਬਹੁਤ ਵਧੀਆ ਲੱਗਦੇ ਨੇ, ਬਹੁਤ ਸੋਹਣੀ ਕਥਾ ਕਰਦੇ ਆ, ਅਸੀਂ ਲਾਈਕ ਕਰਦੇ ਹਾਂ।
ਔਰ ਕੁਝ ਜਿਹੜੇ ਨੇ ਅਸੀਂ ਕਹਿੰਦੇ ਆ ਕਿ ਨਹੀਂ ਕੋਈ ਤੇ ਜਿਹੜਾ ਕੋਈ ਇੰਨਾ ਸਾਨੂੰ ਅਟਰੈਕਟ ਨਹੀਂ ਕਰ ਰਹੇ। ਔਰ ਸਮਟਾਈਮਸ ਇਟ ਹੈਪਨਸ ਕਿ ਮੇਰੀ ਵਾਈਫ ਕਹੇਗੀ ਕਿ ਇਹ ਮੈਨੂੰ ਪ੍ਰਚਾਰਕ ਜਿਹੜਾ ਇਹਦੀ ਗੱਲਾਂ ਬਹੁਤ ਚੰਗੀਆਂ ਲੱਗੀਆਂ ਤੇ ਮੈਂ ਕਹਾਂਗਾ ਕਿ ਨਹੀਂ ਲੱਗੀਆਂ। ਸੋ ਸਰਟਨਲੀ ਸਾਡੇ ਜਿਹੜੀ ਆਡੀਅנס ਹੈਗੀ ਹੈ, ਆਡੀਅנס ਦੇ ਰਿਐਕਸ਼ਨ ਵੀ ਡਿਫਰੈਂਟ ਨੇ ਤੇ ਜਿਹੜੇ ਸਾਡੇ ਕਥਾ ਪ੍ਰਚਾਰਕ ਨੇ ਉਹਨਾਂ ਦੀ ਜਿਹੜੀ ਆਪਣੀ ਅੰਡਰਸਟੈਂਡਿੰਗ ਹੈ, ਆਪਣੀ ਨੌਲੇਜ ਹੈ, ਉਹ ਵੀ ਡਿਫਰੈਂਟ ਹੈਗੀ ਹੈ। ਸੋ ਇਹਦਾ ਤੇ ਜਿਵੇਂ ਕੋਈ ਨਾ ਕੋਈ ਜਿਹੜਾ ਵੀ ਉਹਨਾਂ ਨੂੰ ਆਪਾਂ ਨੂੰ ਉਹਨਾਂ ਦੀ ਟ੍ਰੇਨਿੰਗ ਇਸ ਤਰ੍ਹਾਂ ਦੀ ਚਾਹੀਦੀ ਹੈ। ਬਾਕੀ ਉਹ ਇੱਕ ਪੁਸਤਕ ਹੈਗੀ ਆ ਭਾਈ ਰਣਜੀਤ ਸਿੰਘ ਜੀ ਦੀ ਕਥਾ ਕੀਰਤਨ ਬਾਰੇ, ਉਹਦੇ ਵਿੱਚ ਉਹ ਸਪੈਸੀਫਿਕਲੀ ਉਹਨਾਂ ਨੇ ਇਹ ਚੀਜ਼ ਦੱਸੀ ਹੈ ਕਿ ਗੁਰਬਾਣੀ ਦੇ ਵਿੱਚ ਕਥਾ ਦਾ ਵਿਧਾਨ ਜਿਹੜਾ ਉਹ ਇਸ ਦਾ ਪ੍ਰਚਾਰ ਨਹੀਂ ਕੀਤਾ ਗਿਆ। ਸਿੱਖ ਇਤਿਹਾਸ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਸਿੱਖ ਇਤਿਹਾਸ ਜਿਹੜੇ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ। ਉਹਦਾ ਕਿਸੇ ਨਾ ਕਿਸੇ ਪੱਖ ਤੋਂ ਜਿਹੜਾ ਵਿਚਾਰ ਹੋਣਾ ਚਾਹੀਦਾ ਹੈ। ਤੇ ਲੇਕਿਨ ਇਹ ਹੈ ਕਿ ਇੱਕ ਸ਼ਬਦ ਤੇ ਜਿਵੇਂ ਤੁਸੀਂ ਕਿਹਾ ਸੀਗਾ ਕਿ ਬਹੁਤ ਸਾਰਾ ਸਮਾਂ ਲਾਣਾ, ਫਿਰ ਉਹਦੇ ਤੇ ਫਿਰ ਜਿਹੜਾ ਕਈ ਗੱਲਾਂ ਉਹਨਾਂ ਨੂੰ ਜੇ ਮੰਨ ਲਓ 1 ਘੰਟਾ ਕਥਾ ਕਰ ਲਈ ਤੇ ਉਹਨਾਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ ਕਿ 1 ਘੰਟਾ ਕਿਵੇਂ ਬਤੀਤ ਕਰਾਂਗੇ ਤੇ ਫਿਰ ਉਹ ਵੀ ਵਿੱਚ ਕਈ ਚੀਜ਼ਾਂ ਪਹਿਲਾਂ ਹੀ ਘੱਟ ਟਾਈਮ ਤੋਂ ਘੱਟ ਲਾਓ ਨਾ। ਜ਼ਰੂਰੀ ਤਾਂ ਨਹੀਂ ਕਿ ਵੀ ਘੰਟਾ ਹੀ ਲਾਉਣਾ ਹੈ ਜੀ, ਹੋਰਨਾਂ ਕੰਮਾਂ 'ਚ ਵੀ ਲੱਗਣਾ ਚਾਹੀਦਾ ਟਾਈਮ। 1 ਮਿੰਟ, ਥੈਂਕ ਯੂ ਤੁਹਾਡੀ। ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਿਸਟਮ ਦੇ ਵਿੱਚ ਹੈਗੀਆਂ ਨੇ। ਬਾਕੀ ਇੱਕ ਹਰਬੀਰ ਭੈਣ ਜੀ ਨੇ ਕਿਹਾ ਸੀਗਾ ਥੋੜਾ ਬਹੁਤਾ ਉਹਦੇ ਬਾਰੇ ਕਿ ਜਿਹੜੇ ਡੇਰੇਦਾਰ ਹੈਗੇ ਨੇ ਉਹ ਲੋਕ ਸਾਡੇ ਨਾ ਇਹਨਾਂ ਦੀ ਵੀ ਜਿਹੜੀ ਸਮਝੋ ਕਿ ਇੱਕ ਮਾਨਸਿਕ ਕਮਜ਼ੋਰੀ ਹੈ ਜਾਂ ਕੋਈ ਹਿਊਮਨ ਟੈਂਡੈਂਸੀ ਹੈਗੀ ਹੈ ਤੇ ਲਾਈਕ ਇਟ ਕਿ ਕੋਈ ਉਹਨਾਂ ਨੂੰ ਜਿਹੜਾ ਨਾ ਕੋਈ ਫਿਜ਼ੀਕਲ ਜਿਹੜਾ ਹਿਊਮਨ ਅਪੀਅਰੈਂਸ ਵਾਲਾ ਆਗੂ ਮਿਲੇ। ਹੁਣ ਅਸੀਂ ਸ਼ਬਦ ਗੁਰੂ ਜਿਹੜਾ ਹੈਗਾ ਵੈਸੇ ਤੇ ਸਮਰੱਥ ਹੈ ਗੁਰੂ ਸਾਹਿਬ, ਪਰ ਉਹਨਾਂ ਦੀ ਜਿਵੇਂ ਸਮਝੋ ਇੱਕ ਕਮਜ਼ੋਰੀ ਹੁੰਦੀ ਹੈ। ਕੋਈ ਸਾਹਮਣੇ ਕੋਈ ਸੋਹਣਾ ਬਾਬਾ ਸੋਹਣੇ ਕੱਪੜੇ ਪਾਏ ਆ, ਕੋਈ ਗੱਲਾਂ ਸੋਹਣੀਆਂ ਸੋਹਣੀਆਂ ਸੁਣਾ ਰਿਹਾ ਤੇ ਲੋਕ ਜਿਹੜੇ ਉਹਦੇ ਨਾਲ ਨਾ ਥੋੜਾ ਕਈ ਕਿਸੇ ਨਾ ਕਿਸੇ ਰੂਪ ਚ ਅਟਰੈਕਟ ਹੋ ਜਾਂਦੇ ਆ। ਥੈਂਕ ਯੂ ਜੀ, ਥੈਂਕ ਯੂ। ਇਸ ਚੀਜ਼ ਨੂੰ ਜਿਹੜਾ ਹਾਂਜੀ, ਥੈਂਕ ਯੂ ਡਾਕਟਰ ਮਿਸਬਾ ਸਿੰਘ। ਗੋਇੰਗ ਬੈਕ ਟੂ ਗਿਆਨ ਸਿੰਘ, ਤੁਹਾਨੂੰ ਹੁਣ ਲਫ਼ਜ਼ ਜਿਹੜਾ ਕੀਰਤਨ ਹੈ ਉਹ ਕੀਰਤ ਤੋਂ ਸ਼ੁਰੂ ਹੁੰਦਾ ਹੈ। ਕੀਰਤ ਮੈਨੇ ਐਪਰੀਸੀਏਸ਼ਨ, ਰਾਈਟ। ਹੁਣ ਕੀਰਤ ਮਹਾਰਾਜ ਦੇ ਮੌਕੇ ਤਾਂ ਦੇਖੋ ਰਵਾਬ ਵੱਜਦਾ ਸੀਗਾ ਜਾਂ ਹੋਰ ਬਾਅਦ ਦੇ ਵਿੱਚ ਇੰਸਟਰੂਮੈਂਟ ਆਏ। ਹੁਣ ਤਾਂ ਬਾਜਾ ਵੱਜਦਾ ਜਿਹੜਾ ਕਿ ਉਸ ਵਕਤ ਹੁੰਦਾ ਹੀ ਨਹੀਂ ਸੀ, ਹਾਂਜੀ। ਤੇ ਜੇ ਇਹ ਇਵੋਲਵ ਹੋ ਰਹੀਆਂ ਨੇ ਸਾਜ਼ ਜਿਹੜੇ ਇਵੋਲਵ ਹੋ ਰਹੇ ਨੇ ਦੁਨੀਆ ਦੇ ਉੱਤੇ, ਤੇ ਇਸੇ ਤਰ੍ਹਾਂ ਜਿਹੜੇ ਕੀਰਤਨ ਦੇ ਕੀਰਤੀ ਕਰਨ ਦੇ ਰੂਪ ਵੀ ਤੇ ਇਵੋਲਵ ਕਰਦੇ ਨੇ ਨਾ। ਕੋਈ ਕੀਰਤੀ ਕਰਦਾ ਹੈਗਾ ਪੋਇਮ ਦੇਖ ਕੇ, ਕੋਈ ਕੀਰਤੀ ਕਰਦਾ ਹੈਗਾ ਕੋਈ ਫੋਟੋ ਵਗੈਰਾ ਬਣਾਉਣ ਦੀ ਕੋਸ਼ਿਸ਼ ਕਰਦਾ, ਕੋਈ ਕੀਰਤੀ ਕਰਦਾ ਹੈਗਾ ਕਿ ਬਾਗ ਲਗਾ ਤੇ ਆਲੇ ਦੁਆਲੇ ਲੈਂਡਸਕੇਪਿੰਗ ਕਰਕੇ, ਕੋਈ ਕਿਸੇ ਰੂਪ ਦੇ ਵਿੱਚ ਕੀਰਤੀ ਕਰਦਾ। ਕਿ ਕੱਲਾ ਕੀਰਤਨ ਦਾ ਮਤਲਬ ਜਿਹੜਾ ਐਪਰੀਸੀਏਸ਼ਨ ਇੱਕੋ ਢੰਗ ਨਹੀਂ ਹੈ ਕਿ ਬਈ ਕੱਲਾ ਸਾਧਨਾ ਕੀਰਤਨ ਹੀ ਕਰਨਾ। ਕੀ ਖਿਆਲ ਹੈ ਤੁਹਾਡੇ ਦੇ ਬਾਬਤ? ਬਿਲਕੁਲ ਠੀਕ ਹੈ ਜੀ। ਦੇਖੋ ਗੁਰੂ ਮਹਾਰਾਜ ਦਾ ਬਚਨ ਹੈ ਜੀ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਨਾਨਕ ਵਾਰ ਕਰ ਬੰਧਨ ਸੰਤਨ ਉਹਾਂ ਚਰਨ ਗੋਬਿੰਦ ਜੀ ਕੇ ਬਸਨਾ। ਹੁਣ ਜਿਹੜਾ ਸੰਤਨ ਸਮਝਣ ਵਾਲੀ ਗੱਲ ਹੈ ਜੀ, ਸੰਤਨ ਸੰਤਾਂ ਤੋਂ ਨਾ ਸਮਝੀਏ। ਸੰਤਨ ਦਾ ਮਤਲਬ ਸੁਸਾਇਟੀ ਲਈਏ, ਸੁਸਾਇਟੀ ਦੀ ਸੇਵਾ। ਉਹਾਂ ਚਰਨ ਗੋਬਿੰਦ ਜੀ ਕੇ ਬਸਨਾ, ਜੇਕਰ ਤੁਸੀਂ ਕਿਉਂਕਿ ਵਿੱਚ ਕਰਤਾ ਹਰ ਪ੍ਰਭ ਵਸੈ ਜੀਓ, ਇਹ ਜਗ ਸੱਚਾ ਕੀ ਹੈ ਕੋਸ਼ੜੀ ਸੱਚੇ ਕਾ ਵਿੱਚ ਵਾਸ। ਠੀਕ ਹੈ ਜੀ, ਉਹਾਂ ਚਰਨ ਗੋਬਿੰਦ ਜੀ ਕੇ ਬਸਨਾ। ਸੋ ਸੁਸਾਇਟੀ ਸ੍ਰਿਸ਼ਟੀ ਇਹੋ ਹੀ ਪ੍ਰਮਾਤਮਾ ਦਾ ਰੂਪ ਹੈ ਤੇ ਇਹੋ ਹੀ ਕਾਨਸੈਪਟ ਜਿਹੜਾ ਹੈ ਜੀ ਸਾਡੇ ਵਿੱਚ ਕਲੈਰਿਟੀ ਹਾਲੇ ਤੱਕ ਨਹੀਂ ਆ ਰਹੀ ਕਿ ਸ੍ਰਿਸ਼ਟੀ ਹੀ ਪ੍ਰਮਾਤਮਾ ਹੈ, ਸ੍ਰਿਸ਼ਟੀ ਹੋਈ ਪ੍ਰਮਾਤਮਾ ਹੈ। ਤੇ ਹੁਣ ਜੇਕਰ ਪ੍ਰਮਾਤਮਾ ਸ੍ਰਿਸ਼ਟੀ ਹੈ ਤਾਂ ਪ੍ਰਮਾਤਮਾ ਦੀ ਸੇਵਾ ਸ੍ਰਿਸ਼ਟੀ ਦੀ ਸੇਵਾ ਹੋਣੀ ਹੈ, ਨਾ ਕਿ ਕਿਸੇ ਹੋਰ ਪ੍ਰਮਾਤਮਾ ਦੀ ਹੈ। ਤਾਂ ਸ੍ਰਿਸ਼ਟੀ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ, ਜੋ ਕੁਝ ਕਰ ਰਹੇ ਹੋ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡੇ ਕੋਲ ਕੀ ਕੁਝ ਹੈ, ਗਿਆਨ ਜਾਂ ਧਰਮ, ਅਰਥ, ਕਾਮ, ਮੋਖ, ਜੋ ਕੁਝ ਵੀ ਤੁਹਾਡੇ ਕੋਲ ਹੈ ਉਹਦੇ ਵਿੱਚੋਂ ਤੁਸੀਂ ਕਿੰਨਾ ਸੁਸਾਇਟੀ ਨੂੰ ਵਾਪਸ ਦੇ ਸਕਦੇ ਹੋ। ਠੀਕ ਹੈ ਜੀ। ਸੋ ਜੇਕਰ ਅਸੀਂ ਕੰਮ ਕਰਦੇ ਹਾਂ ਤਾਂ ਉਹਦੇ ਵਿੱਚੋਂ ਗੁਰੂ ਮਹਾਰਾਜ ਦਾ ਬੜਾ ਵੈਸੇ ਪਿਆਰਾ ਵਚਨ ਹੈ ਜੀ। ਇੱਕ ਉਹ ਕਹਿੰਦੇ ਕਿ ਉਹ ਜਿਹੜਾ ਗੰਢ ਪਵੈ ਸੰਸਾਰ ਹੈ ਨਾ, ਉਹ ਜਿਹੜਾ ਹੈਗਾ ਨਾ ਉਹਦੇ ਵਿੱਚ ਆਉਂਦਾ ਹੈ ਕਿ ਜਗ੍ਹਾ ਰਾਜਾ ਮੰਗੇ ਦਿੱਤਾ ਗੰਢ ਪਾਏ। ਜੇ ਰਾਜਾ ਜਿਹੜਾ ਮੰਗਦਾ ਹੈ, ਜਿਸਲੇ ਰਾਜਾ ਮੰਗਦਾ ਉਹ ਟੈਕਸ ਮੰਗਦਾ ਜਦੋਂ, ਠੀਕ ਹੈ ਜੀ, ਜਿਹੜਾ ਬਣਦਾ ਟੈਕਸ ਮੰਗਦਾ। ਜੇਕਰ ਦੇਣੇ ਵਾਲਾ ਜੇਕਰ ਪਰਜਾ ਦੇ ਰਹੀ ਹੈ ਤੇ ਉਹਨਾਂ ਦੇ ਵਿੱਚ ਇੱਕ ਸੰਬੰਧ ਕਾਇਮ ਹੁੰਦਾ ਹੈ, ਉਹਨਾਂ ਦੇ ਵਿੱਚ ਪਿਆਰ ਦਾ ਰਿਸ਼ਤਾ ਬਣਦਾ ਹੈ। ਠੀਕ ਹੈ ਜੀ। ਤਾਂ ਹੁਣ ਜੇਕਰ ਜਿੱਥੇ ਅਸੀਂ ਬੈਠੇ ਹਾਂ, ਚਾਹੇ ਇੰਡੀਆ 'ਚ ਚਾਹੇ ਅਮਰੀਕਾ ਦੇ ਵਿੱਚ, ਜਿਹੜੀ ਅਸੀਂ ਕਮਾਈ ਕਰ ਰਹੇ ਹਾਂ, ਜੇ ਅਸੀਂ ਨੇਕ ਨੀਤੀ ਦੇ ਨਾਲ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹਾਂ ਤੇ ਅਲਟੀਮੇਟਲੀ ਉਹੀ ਟੈਕਸ ਸਾਡੇ ਉੱਪਰ ਯੂਜ਼ ਹੋਣਾ।
ਇਹਨੂੰ ਅਸੀਂ ਸ੍ਰਿਸ਼ਟੀ ਦੀ ਸੇਵਾ ਕਵਾਂਗੇ, ਆਪਣੇ ਕਮਾਈ ਦੇ ਵਿੱਚੋਂ ਜਿਹੜਾ ਦਸਵੰਧ ਕੱਢਦੇ ਹਾਂ। ਦੂਸਰਾ ਜਿਹੜਾ ਐਕਸਟਰਾ ਸਾਡੇ ਕੋਲ ਹੋ ਜਾਂਦਾ, ਉਹਦੇ ਵਿੱਚੋਂ ਅਸੀਂ ਹੋਰ ਕਿਸੇ ਤਰੀਕੇ ਦੇ ਨਾਲ ਲੋਕਲ ਸੁਸਾਇਟੀ ਦੇ ਵਿੱਚ ਅਸੀਂ ਸੇਵਾ ਕਰੀਏ, ਜਿਹੜਾ ਗਿਆਨ ਹੈ ਉਹਦੇ ਨਾਲ ਸੇਵਾ ਕਰੀਏ। ਸੋ ਮੇਰਾ ਜੀ, ਮੈਂ ਬਸ ਆਹੀ ਨਿੱਕੀ ਜਿਹੀ ਗੱਲ ਕਰਕੇ ਖਤਮ ਕਰਾਂ। ਇਸ ਤਰ੍ਹਾਂ ਦੀ ਗੱਲਾਂ ਤੇ ਘੰਟਿਆਂ ਵੱਧੀ ਹੋ ਸਕਦੀਆਂ। ਮੈਂ ਬੱਚੇ, ਛੋਟੇ ਛੋਟੇ ਬੱਚਿਆਂ ਨੂੰ ਜਦੋਂ ਪੜ੍ਹਾਉਣਾ ਨਾ ਜੀ, ਜਿਹਦੇ ਵਿੱਚ 5 ਸਾਲ ਤੋਂ ਲੈ ਕੇ 15-20 ਸਾਲ ਤੱਕ ਦੇ ਵੀ ਬੱਚੇ ਹੁੰਦੇ ਆ, ਤੇ ਮੈਂ ਇਕੱਲੇ ਬੱਚੇ ਨੂੰ ਪੁੱਛਦਾ ਕਿ ਤੁਸੀਂ ਇਸ ਵੇਲੇ ਕੀ ਦਾਨ ਕਰ ਸਕਦੇ ਹੋ। ਗੁਰੂ ਮਹਾਰਾਜ ਕਹਿੰਦੇ ਕਿ ਦਾਨ ਕਰਨਾ ਚਾਹੀਦਾ, ਦਸਵੰਧ ਦੇਣਾ ਚਾਹੀਦਾ। ਦਸਵੰਧ ਦੀ ਗੱਲ ਹੈ, ਤੁਸੀਂ 10ਵਾਂ ਹਿੱਸਾ ਜਾਂ ਦਸਵੰਧ ਆਪਣਾ ਕੀ ਦੇ ਸਕਦੇ ਹੋ। ਛੋਟੇ ਨਿਆਣੇ ਐ ਕਰ ਦੇਣਗੇ ਆਈ ਡੋਂਟ ਨੋ, ਜਾਂ ਕੀ ਦੇ ਸਕਦੇ ਆ, ਮੈਂ ਤੇ ਕਮਾਉਂਦਾ ਨਹੀਂ। ਠੀਕ ਹੈ ਜੀ, ਓਕੇ। ਸੋ ਹੁਣ ਜਿਹੜਾ ਬੱਚਾ ਜੀ ਕਿੰਡਰ ਗਾਰਡਨ ਚ ਪੜ੍ਹਦਾ, ਉਹ ਆਪਣੇ ਛੋਟੇ ਭੈਣ ਭਰਾ ਦੀ, ਆਪਣੇ ਸਿਵਲਿੰਗ ਦੀ, ਉਹਨੂੰ ਪਿਆਰ ਕਰੇ, ਉਹਨੂੰ ਚੁੰਮੇ, ਉਹਦਾ ਜਿਹੜਾ ਸਤਿਕਾਰ ਕਰੇ, ਇਹ ਦੇਣਾ ਨਹੀਂ ਹੈਗਾ ਜੀ। ਜਿਹੜਾ ਬੱਚਾ ਫਸਟ ਕਲਾਸ ਪੜ੍ਹਦਾ, ਉਹ ਆਪਣੇ ਕਿੰਡਰ ਗਾਰਡਨ ਚ ਪੜ੍ਹਦੇ ਬੱਚੇ ਨੂੰ ਪੜ੍ਹਾਵੇ, ਇਹ ਦੇਣਾ ਨਹੀਂ ਹੈਗਾ। ਗਿਆਨ ਦੀ ਤੇ ਸਭ ਤੋਂ ਵੱਡੀ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਸਟੇਜ ਦੇ ਉੱਪਰ ਤੁਸੀਂ ਦੇ ਸਕਦੇ ਹੋ ਬਹੁਤ ਕੁਝ ਸੁਸਾਇਟੀ ਨੂੰ। ਇਹ ਗੁਰੂ ਮਹਾਰਾਜ ਜੀ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਦਾਨ ਦੀ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਨਾ, ਕਿ ਦਾਨ ਦਿਓ, ਰਾਈਟ। ਤਾਂ ਉਹਦੇ ਵਿੱਚ ਜਿਹੜਾ ਸ਼ਬਦ ਪੜ੍ਹਦੇ ਹੁੰਦੇ ਆਮ ਤੌਰ ਤੇ, ਉਹਦੇ ਵਿੱਚ ਵੀ ਆਉਂਦੀ ਹੈ ਸਾਧ ਸੰਗਤ ਮਿਲ ਕਿਨੋ ਦਾਨ। ਤਾਂ ਉੱਥੇ ਅਸੀਂ ਜਿਹੜਾ ਇੰਪ੍ਰੈਸ਼ਨ, ਜਦੋਂ ਮੇਰੇ ਵਰਗੇ ਕੀਰਤਨ ਕਰ ਰਹੇ ਹੁੰਦੇ ਆ ਨਾ, ਅਸੀਂ ਸੰਗਤ ਨੂੰ ਇਹ ਕਹਿ ਰਹੇ ਹੁੰਦੇ ਆ ਕਿ ਤੁਸੀਂ ਸੰਗਤ ਦੇ ਵਿੱਚ ਬੈਠੇ ਹੋ, ਹੁਣ ਉੱਠੋ, ਸਾਨੂੰ ਡਾਲਰ ਦਿਓ, ਦਾਨ ਦਿਓ। ਨਹੀਂ, ਇਹ ਨਹੀਂ ਗੁਰੂ ਮਹਾਰਾਜ ਕਹਿ ਰਹੇ। ਅਸੀਂ ਇੰਪ੍ਰੈਸ਼ਨ ਲੋਕਾਂ ਨੂੰ ਇਹ ਦੇ ਦਿੰਦੇ ਆ। ਉਹ ਹੈਗਾ ਕਿ ਸਾਧ ਸੰਗਤ ਮਿਲ, ਸੰਗਤ ਦੇ ਵਿੱਚ ਮਿਲੋ, ਇੱਕ ਐਸੀ ਸੁਸਾਇਟੀ ਇਕੱਠੀ ਕਰੋ, ਉਹਦੇ ਵਿੱਚ ਹੁਣ ਨਾਓ ਦੇਖੋ ਕਿ ਤੁਸੀਂ ਕਿੱਥੇ ਸੇਵਾ ਕਰ ਸਕਦੇ ਹੋ। ਦਵਾਈਆਂ ਦੀ ਸੇਵਾ, ਸਫਾਈ ਦੀ ਸੇਵਾ, ਕੁਛ ਵੀ ਸੇਵਾ ਇਸ ਤਰ੍ਹਾਂ ਦੀ ਕਰ ਸਕਦੇ ਹੋ। ਭਗਤ ਪੂਰਨ ਸਿੰਘ ਜੀ ਵਰਗਿਆਂ ਦਾ ਜੀਵਨ ਪੜਾਉਣਾ ਚਾਹੀਦਾ ਗੁਰਦੁਆਰਿਆਂ ਦੇ ਵਿੱਚ। ਮਦਰ ਟਰੀਸਾ ਦਾ ਜੀਵਨ ਗੁਰਦੁਆਰਿਆਂ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ, ਪੜਾਉਣਾ ਚਾਹੀਦਾ, ਯੂ ਨੋ। ਤਾਂ ਇਸ ਤਰ੍ਹਾਂ ਦੀ ਜਿਹੜੀ ਇਹ ਮੇਰੇ ਦੇ ਖਿਆਲ 'ਚ ਗੁਰਬਾਣੀ ਦੀ ਸਿੱਖਿਆ ਇਹ ਹੈਗੀ ਹੈ। ਤੇ ਜਿੱਥੇ ਤੱਕ ਕੀਰਤਨ ਦੀ ਗੱਲ ਆਉਂਦੀ, ਕੀਰਤਨ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਆ, ਉਹ ਤੇ ਜੀ ਸੁਸਾਇਟੀ ਦੀ ਸੇਵਾ ਦੇ ਕਿਸੇ ਵੀ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਗੁਰਬਾਣੀ ਦਾ ਇਹ ਫਲਸਫਾ ਹੈ। ਥੈਂਕ ਯੂ ਜੀ ਫॉर ਸ਼ੇਅਰਿੰਗ ਯੂਰ ਵਿਊਜ਼। ਸੋ ਇਨ ਅਦਰ ਵਰਡ, ਜਿਹੜੀਆਂ ਸਾਡੀਆਂ ਸਿਵਿਕ ਡਿਊਟੀਆਂ ਨੇ, ਜਿਹੜੀਆਂ ਸਾਡੀਆਂ ਜਗਤ ਦੇ ਵਿੱਚ ਡਿਊਟੀਆਂ ਨੇ, ਘਰ ਤੋਂ ਬਾਹਰ ਵੀ ਤੇ ਘਰ ਦੇ ਵਿੱਚ ਵੀ ਤੇ ਗੁਰਦੁਆਰੇ ਤੋਂ ਬਾਹਰ, ਉਹ ਸਾਨੂੰ ਨਿਭਾਉਣੀਆਂ ਚਾਹੀਦੀਆਂ। ਬੀ ਕਾਸ਼ੀਅਸ ਆਫ ਇਟ। ਇਹ ਨਹੀਂ ਕਿ ਵੀ ਅਸੀਂ ਘਰ ਦੀ ਵਿਹਲੀ ਘਰੇ ਮਿਉਂ ਬਾਹਰ ਅੰਦਰ ਕਿਸੇ ਚੀਜ਼ ਨਾ ਕਰੀਏ ਹੀ ਨਾ। ਉੱਥੇ ਗੁਰਦੁਆਰੇ ਜੇ ਲੰਗਰ ਵਰਤਾਤਾ ਤੇ ਸੇਵਾ ਹੋ ਗਈ, ਗੱਲ ਖਤਮ ਹੋ ਗਈ। ਉਹ ਸੇਵਾ ਤਾਂ ਕੰਟੀਨਿਊਸ ਪ੍ਰੋਸੈਸ ਹੈ ਸਾਡੀ ਜ਼ਿੰਦਗੀ ਦੇ ਵਿੱਚ। ਜਿਹੜਾ ਪਰਉਪਕਾਰ ਕਰਨਾ, ਤੇ ਪਰਉਪਕਾਰ ਵੀ ਉਹੀ ਹੈ ਕਿ ਆਪਣੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਸ਼ੇਅਰ ਕਰੋ। ਕਿਸੇ ਦੀ, ਸਾਨੂੰ ਵੀ ਤਾਂ ਕਿਸੇ ਨੇ ਸਿਖਾਈਆਂ ਹੀ ਆ, ਹੁਣ ਸਾਡਾ ਫਰਜ਼ ਬਣਦਾ ਕਿ ਉਹੀ ਚੀਜ਼ਾਂ ਜਿਹੜੀਆਂ ਨੇ ਤਨ ਮਨ ਧਨ ਦੇ ਨਾਲ ਜਿੱਥੋਂ ਤੱਕ ਹੋ ਸਕੇ ਸੇਵਾ ਕਰ ਸਕੀਏ। ਤੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜੀਵਨ ਆ, ਇਹਦੇ ਲਈ ਸਾਨੂੰ ਬਾਕੀ ਗੁਰੂਆਂ ਦੇ ਜੀਵਨ ਦੇ ਨਾਲ ਵੀ ਇੱਕ ਕਿਸਮ ਦਾ ਚਾਨਣ ਮਨਾ ਰਹੀ ਆ ਕਿ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੋਈ ਤੇ ਬਾਕੀ ਪਾਤਸ਼ਾਹਾਂ ਦੇ ਰੂਪ ਦੇ ਵਿੱਚ ਹੁੰਦੀ ਹੋਈ, ਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਇੱਥੋਂ ਤੱਕ ਕਿ ਆਪਣੇ ਬਲੀਦਾਨ ਦੇ ਦਿੱਤਾ, ਜਿਹਦੀ ਬਾਬਤ ਅਸੀਂ ਨੈਕਸਟ ਟਾਈਮ ਡਿਸਕਸ ਕਰਾਂਗੇ। ਉਹਦੇ ਪ੍ਰੋਜ਼ ਐਂਡ ਕੌਨਸ ਐਂਡ the lessons for us। ਪਰ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਕਿ ਵੀ ਜਿਹੜੀ ਕੀਰਤੀ ਆ, ਇਹ ਇਕੱਲੀ ਸਿਰਫ ਕੀਰਤਨ ਕਰਨਾ ਹੀ ਨਹੀਂ ਹੈ। ਜ਼ਿਆਦਾਤਰ ਅਸੀਂ ਇਸ ਚੀਜ਼ ਦੇ ਵਿੱਚ ਹੀ ਕਨਫਿਊਜ਼ ਰਹਿੰਦੇ ਹਾਂ, ਹਾਂਜੀ ਬਸ ਕੀਰਤਨ ਕਰੋ। ਸਾਰਾ ਕੀਰਤਨ ਕਰਨਾ ਵੀ ਮਹਾਰਾਜ ਦੇ ਆਪਣੇ ਜੀਵਨ ਦੇ ਵਿੱਚ ਐਡੀ ਦੂਰ, ਜਿਵੇਂ ਗੁਰੂ ਤੇਗ ਬਹਾਦਰ ਜੀ ਗਏ ਪ੍ਰਚਾਰ ਕਰਨ ਦੇ ਲਈ, ਲੋਕਾਂ ਨੂੰ ਮਿਲੇ ਤੇ ਹੋਰਨਾਂ ਤੇ ਕੀਰਤਨ ਹੀ ਕਰਦੇ ਰਹੇ। ਕੀਰਤਨ ਦੀ ਸੇਵਾ ਸੀ, ਜਿਹੜਾ ਪਰਉਪਕਾਰ ਕਰਦੇ ਸੀ, ਉਹ ਕੀਰਤਨ ਸੀ। ਸੋ ਇਹਨਾਂ ਨੂੰ ਸਮਝਣਾ ਚਾਹੀਦਾ ਮੇਰੇ ਦੇ ਵਿੱਚ। ਗਿਆਨੀ ਧਰਮ ਸਿੰਘ ਜੀ, ਤੁਸੀਂ ਕੋਈ ਲਾਸਟ ਕਮੈਂਟ? ਜਿਹੜੀਆਂ ਸਾਰੇ ਵਿਦਵਾਨ ਬੈਠੇ, ਬਹੁਤ ਸੋਹਣੀਆਂ ਗੱਲਾਂ ਹੋਈਆਂ। ਤੇ ਗੱਲ ਫਿਰ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਚੱਲਦੀ ਹੈ, ਜਿੱਥੇ ਉਹਨਾਂ ਦੀਆਂ ਵਡਿਆਈਆਂ, ਜੀਵਨ ਦੀਆਂ ਮਹਾਨਤਾਵਾਂ। ਇਹ ਕਿੱਡੀ ਵੱਡੀ ਉਹਨਾਂ ਦੀ ਗੱਲ ਆ ਕਿ ਸਾਡੇ ਵਰਗੇ ਦਾ ਮਤਲਬ ਮੇਰੇ ਵਰਗੇ ਕੁਝ ਵੀ ਨਾ ਪੱਲੇ ਹੁੰਦਿਆਂ ਹੋਇਆ ਫਿਰ ਵੀ ਬਹੁਤ ਕੁਝ ਸਮਝ ਲੈਂਦਾ ਮੈਂ, ਵੀ ਪਤਾ ਨਹੀਂ ਕੀ ਪ੍ਰਾਪਤ ਹੋ ਗਿਆ। ਤੇ ਉਹਨਾਂ ਦਾ ਇੱਕ ਸ਼ਬਦ ਜਿਹੜਾ ਉਹ ਪੜ੍ਹ ਕੇ ਤੇ ਬੜੀ ਸ਼ਰਮਿੰਦਗੀ ਹੁੰਦੀ ਆ, ਜਿਹੜੇ ਉਹ ਕਹਿੰਦੇ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ
ना तीर्थ सेवे चोटी काल गही। ते उन्होंने सचमुच ही अपने अंदरों मोह अहंकार नूं खत्म किया होया सी, जिहड़ा दीर्घ रोग है जिन्हों करना बड़ा खत्म औखा है काम। बाकी सेवा परोपकार ये तो है ही आ कि सिक्खी का सिद्धांत ही ये आ विच दुनिया सेव कमाई है तां दरगाह बैसन पाई है। ये बस इन्ने थैंक यू जी। एनीथिंग एल्स रिगार्डिंग कीरत ਤੁਹਾਡਾ ਕੋਈ ਵਿਚਾਰ ਹੋਵੇ ਕੁਲਵੰਤ ਸਿੰਘ ਜੀ ਐਡ ਕਰਨਾ ਹੋਵੇ for 1 minute? ਹਾਂਜੀ ਮੈਂ ਜੀ ਜਿਸ ਨਾਲ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਕੁਦਰਤ ਬਾਰੇ, ਤੇ ਉਹ ਆਂਦਾ ਹੈ ਆਨੰਦ ਸਾਹਿਬ ਜੀ ਪੜ੍ਹਦੇ ਆ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਪਹਿਲਾਂ ਸੰਸਾਰ ਨੂੰ ਵਿਸ਼ ਕਹਿੰਦਾ ਕਿ ਇਹ ਜ਼ਹਿਰ ਸਮਾਨ ਹੈ, ਜੇ ਸਾਨੂੰ ਪਰਮਾਤਮਾ ਨਾਲ ਤੋੜੇ ਅਸੀਂ ਇਹਦੇ ਨਾਲ ਅਨਡਿਊਲੀ ਜੁੜ ਜਾਈਏ, ਤੇ ਅਦਰਵਾਈਜ਼ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਦੂਜਿਆ ਜਾਵੇ ਕਾਲ। ਇੱਕ ਦੇ ਇਹ ਪ੍ਰਸਪੈਕਟ ਹੈ। ਫਿਰ ਗੁਰੂ ਸਾਹਿਬ ਨੇ ਫਰਦਰ ਕਲੀਅਰ ਕੀਤਾ ਕਿ ਨਾਨਕ ਸੱਚ ਦਾਤਾਰ ਪਰਮਾਤਮਾ ਸੱਚਾ ਹੈ, ਉਹਦਾ ਐਗਜ਼ਿਸਟੈਂਸ ਜਿਹੜਾ ਇਹ ਕੁਦਰਤ ਉਹਦੀ ਸ਼ਨਾਖਤ ਹੈ, ਗਰੰਟੀ ਹੈ ਕਿ ਹੀ ਐਗਜ਼ਿਸਟ, ਕਿਉਂਕਿ ਉਹਦੀ ਕ੍ਰੀਏਸ਼ਨ ਕ੍ਰੀਏਟਰ ਦੀ ਐਗਜ਼ਿਸਟੈਂਸ ਹੈ। ਤੇ ਨਾਲ ਹੀ ਉਹਨੂੰ ਕਲੀਅਰ ਕਰ ਕੀਤਾ ਹੈ ਕਿ ਜਿਹੜਾ ਕੁਦਰਤ ਹੈ, ਕੁਦਰਤ ਤੋਂ ਪਰੇ ਕਾਦਰ ਇਹਨੂੰ ਬਣਾਉਣ ਵਾਲਾ। ਥੈਂਕ ਯੂ। Thank you. Dr. Basu, just for 1 minute, कोई गल कीरत बाबत करनी होवे, उस तो बाद साडी समाप्ति है फिर। हेलो, चलो चंगा जी, बहुत हाँ जी सारी गल जेड़ी है जी होती है मनुख जेड़ा है वो जिथे घड़िए सुरत मत ਉਹਨੂੰ ਘੜਨਾ ਚਾਹੀਦਾ ਹੈ, ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ। ਔਰ ਮਨੁੱਖ ਆਮ ਤੌਰ ਤੇ ਐਨੀਮਲ ਕੁਆਲਿਟੀਜ਼ ਜ਼ਿਆਦਾ ਹੁੰਦੀਆਂ ਨੇ, ਇਹਨਾਂ ਐਨੀਮਲ ਕੁਆਲਿਟੀਜ਼ ਨੂੰ ਡਿਵਾਈਨ ਕੁਆਲਿਟੀ ਵਿੱਚ ਚੇਂਜ ਕਰਨਾ ਚਾਹੀਦਾ। ਗੁਰੂਆਂ ਨੇ ਚੇਂਜ ਹੀ ਲਿਆਂਦੀ ਹੈ ਮਨੁੱਖ ਦੇ ਅੰਦਰ, ਹੋਰ ਕੋਈ ਉਹਨਾਂ ਕੋਈ ਉੱਪਰੋਂ ਖਾਲਸਾ ਫੌਜਾਂ ਉੱਪਰੋਂ ਨਹੀਂ ਸੀ ਆਈਆਂ, ਉਹਨਾਂ ਇੱਥੋਂ ਦੇ ਮਨੁੱਖ ਨੂੰ ਚੇਂਜ ਕਰਕੇ ਖਾਲਸੇ ਬਣਾਏ ਸਨ। ਇਸ ਕਰਕੇ ਸਾਨੂੰ ਵੱਧ ਤੋਂ ਵੱਧ अपना चेंज जिहड़ी है वो देखनी चाहिए कि कुछ लोभ घटिया, कुछ काम घटिया, कुछ लालच घटिया, कुछ भ्रष्टाचारी रुचियां घटिया, कुछ मनुख हरमंदर है शरीर बनिया। हाल ते चेंज दा है, ओदी दृष्टि ओदी चेंज, ओदा व्यू पॉइंट जिहड़ा है वो क्लीयर होना। थैंक यू जी, सारिਆਂ ਦਾ बहुत बहुत धन्यवाद for your participation and for our audience too. Next week we will see you again same time. बहुत बहुत शुक्रिया। We will discuss महाराज दी शहादत ते उन्हां दे legacy ਜਿਹੜੇ ਸਾਡੇ ਭੁੱਲ ਚੁੱਕਾ। ਤੇ please remember, views expressed in this point are strictly of individuals and not the official policy of Voice of Manavta. Guru Har Pakho Chardhi Kala Bakshe। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।